गुरु साहिब जी। राख लिहो हम थे बिगड़ी, सील धर्म जप भगत ना कीनी, हों अभिमान टेढ़ पगरी, अमर जान संची एह काया, ए मिथ्या काची गगरी, जिन्ह निवाज साज हम किए, तिसै विसार अवर लगरी, संदक तोहे साध नहीं कहियो, शरण परे तुमरी पगरी, कहत कबीर एक बिनती सुनियो, मत कालो जम की खबरी, कह कबीर एक बिनती सुनियो, मत कालो जम की खबरी, सगल द्वार को छाड़ कर गयो तुहारो द्वार, बाहें गए की लाज अस, गोविंद दास तुहार। सुकाओ टल गुर सेविय ऐनस सहज सुभाए, दर्शन परसिय गुरु के जन्म मरण दुख जाए, सिफत संबंधी नूर अरसों कुरसों चटिया, ए सच्चे पातशाह माल जन्म जन्म दी कटिया, सच्चे पातशाह माल जन्म जन्म दी कटिया। सतनाम श्री वाहिगुरु साहिब जीओ। तिलंग बाणी भगता की कबीर जी, एक ओंकार सतगुर प्रसाद, वेद कतेब इफ्तरा पाई, दिल का फिक्र ना जाए, टुकदम करारी जो करो, हाजिर हजूर खुदाए, बंदे खोज दिल हर रोज, ना फिर परेशानी माहे, एह जो दुनिया शहर मेला दस्तगिरी ना है, वेद कतेब अफ्तरा पाई, दिल का फिक्र ना जाए। वाहिगुरु जी का खालसा, वाहिगुरु जी की फतेह। पतित पावन कृपा निधान सतगुरु गरीब नवाज,
ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਚਰਨ ਸ਼ਰਨ ਅੰਦਰ ਸੁਭਾਏਮਾਨ ਹੋ ਰਹੀ ਗੁਰੂ ਕੀ ਸੰਗਤ, ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਦਰਸ਼ਨਾਂ ਦੀਆਂ ਦਾਤਾਂ ਬਖਸ਼ਿਸ਼ ਕਰ ਰਹੇ ਨੇ। ਆਪ ਸੰਗਤਾਂ ਗੁਰੂ ਕੀ ਬਾਣੀ ਪੜ੍ਹ ਕੇ ਸਰਵਨ ਕਰਕੇ ਮਿਲਿਆ ਹੋਇਆ ਇਹ ਜੋ ਮਨੁੱਖਾ ਜਨਮ ਦਾ ਸਮਾਂ ਹੈ, ਇਸ ਨੂੰ ਸਫਲਾ ਬਣਾ ਰਹੇ ਹੋ। ਇਸ ਵੇਲੇ ਸਤਿਗੁਰੂ ਕਿਰਪਾ ਕਰਕੇ ਸਾਨੂੰ ਗੁਰਬਾਣੀ ਦੀ ਜੋ ਕਥਾ ਹੈ, ਸ਼ਬਦਦਾਰ ਸ਼ਬਦ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰ ਦੇ। ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੇ ਲੰਗ ਬਾਣੀ ਭਗਤਾਂ ਕੀ ਕਬੀਰ ਜੀ। ਲੰਗ ਰਾਗ ਦੇ ਅੰਦਰ ਭਗਤਾਂ ਦੀ ਬਾਣੀ ਮਹਾਰਾਜ ਬਖਸ਼ਿਸ਼ ਕਰਦੇ। ਸਤਿਗੁਰਾਂ ਨੇ ਤਲੰਗ ਨੂੰ ਲਿਖਣ ਵੇਲੇ ਤੱਤੇ ਨੂੰ ਸਿਹਾਰੀ ਪਾਈ ਹੈ, ਤਲੰਗ। ਸੋ ਇਹ ਰਾਗ ਦਾ ਨਾਮ ਹੈ। ਕਈ ਵਾਰੀ ਅਸੀਂ ਉਸ ਨੂੰ ਤੇ ਲੰਗ ਕਰ ਦਿੰਦੇ ਹਾਂ, ਤੇ ਲੰਗ ਨਹੀਂ, ਤਲੰਗ ਹੈ। ਔਰ ਇੱਥੇ ਭਗਤਾਂ ਦੀ ਬਾਣੀ, ਭਗਤ ਕਬੀਰ ਜੀ ਔਰ ਭਗਤ ਨਾਮਦੇਵ ਜੀ, ਇਹਨਾਂ ਦੋ ਭਗਤਾਂ ਦੀ ਬਾਣੀ ਪ੍ਰਾਪਤ ਹੋ ਰਹੀ ਹੈ। ਤਲੰਗ ਰਾਗ ਦੇ ਅੰਦਰ 3 ਸ਼ਬਦ ਨੇ ਭਗਤਾਂ ਦੀ ਬਾਣੀ ਦੇ। ਇੱਕ ਸ਼ਬਦ ਭਗਤ ਕਬੀਰ ਜੀ ਦਾ, 2 ਸ਼ਬਦ ਭਗਤ ਨਾਮਦੇਵ ਜੀ ਦੇ ਨੇ। ਇਹ ਪਹਿਲਾ ਸ਼ਬਦ ਜੋ ਹੈ ਉਹ ਭਗਤ ਕਬੀਰ ਸਾਹਿਬ ਦਾ ਸਾਨੂੰ ਪ੍ਰਾਪਤ ਹੋ ਰਿਹਾ। ਇਸ ਕਰਕੇ ਮਹਾਰਾਜ ਨੇ ਕਬੀਰ ਜੀ ਦਾ ਪਹਿਲਾ ਨਾਮ ਲਿਖਿਆ ਹੈ। ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਜੋ ਪ੍ਰਮਾਤਮਾ ਹੈ, ਉਸ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ, ਜਿੰਨੀ ਗੁਰਬਾਣੀ ਹੈ ਉਹ ਗੁਰਬਾਣੀ ਦਾ ਤਾਤਪਰ ਇਹ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰਬਾਣੀ ਸਾਰੀ ਦਾ ਨਿਚੋੜ ਇਹ ਹੈ, ਤੱਤ ਇਹ ਹੈ, ਸਿਧਾਂਤ ਇਹ ਹੈ, ਜਾਂ ਆਪਾਂ ਕਹਿ ਲਈਏ ਵੀ ਇੱਕੋ ਹੀ ਗੱਲ ਮੁੱਖ ਹੈ ਜੋ ਗੁਰਬਾਣੀ ਨੇ ਆਖੀ ਹੈ। ਉਹ ਇਹ ਹੈ ਕਿ ਪਰਮਾਤਮਾ ਇੱਕ ਹੈ, ਉਹਦੀ ਇੱਕ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਧੁਰਾ ਹੈ। ਜਿਵੇਂ ਗੱਡੀ ਧੁਰੇ ਦੇ ਆਸਰੇ ਚੱਲਦੀ ਹੈ, ਗੁਰਬਾਣੀ ਸਾਰੀ ਇਸੇ ਦੇ ਉੱਪਰ ਹੀ ਚੱਕਰ ਕੱਟਦੀ ਹੈ, ਇਸੇ ਗੱਲ ਨੂੰ ਹੀ ਵਿਖਿਆਨ ਕਰਦੀ ਹੈ ਕਿ ਪਰਮਾਤਮਾ ਇੱਕ ਹੈ। ਪਹਿਲਾਂ ਇਹ ਜਾਣ ਲਓ, ਫਿਰ ਉਸ ਇੱਕ ਦੀ ਪ੍ਰਾਪਤੀ ਕਿਵੇਂ ਹੋਣੀ ਹੈ। ਫਿਰ ਇਹ ਜਾਣੋਗੇ ਤਾਂ ਤੁਹਾਨੂੰ ਗੁਰੂ ਧਾਰਨ ਕਰਨਾ ਪਵੇਗਾ। ਜਦੋਂ ਗੁਰੂ ਧਾਰਨ ਕਰੋਗੇ ਫਿਰ ਤੁਹਾਨੂੰ ਭਲੇ ਬੁਰੇ ਦੀ, ਚੰਗੇ ਮਾੜੇ ਦੀ ਪਹਿਚਾਣ ਹੋਵੇਗੀ। ਜਦੋਂ ਉਸ ਕਰਮ ਨੂੰ ਕਰੋਗੇ ਫਿਰ ਗੁਰੂ ਖੁਸ਼ ਹੋਵੇਗਾ। ਜਦੋਂ ਗੁਰੂ ਖੁਸ਼ ਹੋਵੇਗਾ ਪ੍ਰਾਪਤੀ ਉਸ ਵੇਲੇ ਹੋਣੀ ਹੈ। ਇਹਦਾ ਭਾਵ ਸਤਿਗੁਰ ਪ੍ਰਸਾਦ ਗੁਰੂ ਦੀ ਖੁਸ਼ੀ, ਗੁਰੂ ਦਾ ਹੁਕਮ ਮੰਨ ਕੇ ਹੈ। ਇਤਿਹਾਸ ਦੇ ਵਿੱਚ ਸਾਖੀਆਂ ਬੇਅੰਤ ਆ ਜਾਂਦੀਆਂ, ਪਰ ਸਾਖੀਆਂ ਦੇ ਵਿੱਚ ਆਪਾਂ ਬਹੁਤਾ ਸਮਾਂ ਲਾਉਂਦੇ ਨਹੀਂ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਆਖਿਆ ਨਾ, ਫੁੱਲ ਕਿਹਨੇ ਤੋੜਿਆ, ਕਿਉਂ ਟੁੱਟਾ ਪਿਆ ਫੁੱਲ। ਸੇਵਾਦਾਰਾਂ ਨੇ ਦੱਸਿਆ, ਮਹਾਰਾਜ ਤੁਹਾਡੇ ਪੋਤਰੇ ਇੱਥੋਂ ਲੰਘ ਕੇ ਗਏ ਨੇ, ਬਾਬਾ ਹਰ ਰਾਏ ਜੀ, ਉਹਨਾਂ ਦੇ ਚੋਲੇ ਦੇ ਨਾਲ ਟੁੱਟ ਗਿਆ ਹੈ। ਤੇ ਸਤਿਗੁਰਾਂ ਨੇ ਆਖਿਆ, ਜੇ ਚੋਲਾ ਵੱਡਾ ਪਾਉਣਾ ਤੇ ਫਿਰ ਸਾਂਭ ਕੇ ਚੱਲੋ। ਬਚਨ ਇਹ ਨਿਕਲਿਆ, ਧੰਨ ਗੁਰੂ ਹਰ ਰਾਏ ਪਾਤਸ਼ਾਹ ਜੀ ਜਿੰਨਾ ਚਿਰ ਸਰੀਰ ਕਰਕੇ ਰਹਿ, ਚੋਲਾ ਪਾਉਂਦੇ, ਚੋਲੇ ਨੂੰ ਇਕੱਠਾ ਕਰਕੇ ਹੱਥ ਵਿੱਚ ਫੜ ਲੈਂਦੇ। ਜਦੋਂ ਤੋਂ ਬਚਨ ਹੋਇਆ ਔਰ ਜਿੰਨਾ ਚਿਰ ਸਰੀਰ ਰਿਹਾ, ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਖੁਸ਼ ਹੋ ਕੇ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰਦੇ।
ਭਾਵ ਇਹ ਹੈ, ਗੁਰੂ ਦੀ ਖੁਸ਼ੀ ਉਦੋਂ ਹੋਵੇਗੀ ਜਦੋਂ ਅਸੀਂ ਗੁਰੂ ਦਾ ਬਚਨ ਮੰਨਾਂਗੇ। ਜਿੰਨਾ ਚਿਰ ਬਚਨ ਨਹੀਂ ਮੰਨਦੇ ਉਹਨਾਂ ਚਿਰ ਖੁਸ਼ੀ ਨਹੀਂ ਹੋਣੀ। ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਵੇਦ ਕਤੇਬ ਇਫਤਰਾ ਭਾਈ। ਵੇਲੇ ਕਬੀਰ ਸਾਹਿਬ ਜੀ ਬੈਠੇ ਸਨ। ਇੱਕ ਬ੍ਰਾਹਮਣ ਤੇ ਇੱਕ ਕਾਜੀ ਦੋਨੇ ਜਾਣੇ ਨਾ ਆਪਸ ਵਿੱਚ ਵਿਚਾਰ ਕਰਕੇ ਤੇ ਭਗਤ ਕਬੀਰ ਸਾਹਿਬ ਦੇ ਕੋਲ ਆ ਗਏ। ਬ੍ਰਾਹਮਣ ਕਹਿਣ ਲੱਗਾ, ਕਬੀਰ ਸਾਹਿਬ ਜੀ ਤੁਸੀਂ ਵੇਦ ਪੜ੍ਹਿਆ ਕਰੋ, ਤੁਹਾਨੂੰ ਮੁਕਤੀ ਮਿਲੇਗੀ। ਕਾਜੀ ਕਹਿਣ ਲੱਗਾ, ਨਹੀਂ ਨਹੀਂ, ਤੁਸੀਂ ਕਿਤਾਬ ਪੜ੍ਹਿਆ ਕਰੋ, ਮੁਸਲਮਾਨਾਂ ਦਾ ਧਾਰਮਿਕ ਗ੍ਰੰਥ ਹੈ, ਕਿਤਾਬਾਂ ਪੜ੍ਹਿਆ ਕਰੋ, ਤੁਹਾਨੂੰ ਤਾਂ ਭਿਸਤ ਦੀ ਪ੍ਰਾਪਤੀ ਹੋਵੇਗੀ, ਤੁਸੀਂ ਤਾਂ ਮੁਕਤ ਹੋਵੋਗੇ, ਅੱਲਾ ਦੇ ਨੂਰ ਨੂੰ ਪ੍ਰਾਪਤ ਹੋ ਜਾਓਗੇ। ਜਦੋਂ ਦੋਨਾਂ ਨੇ ਆਪੋ ਆਪਣੀ ਗੱਲ ਆਖੀ ਨਾ, ਇੱਕ ਆਖਦਾ ਵੇਦ ਪੜ੍ਹੋ, ਇੱਕ ਆਖਦਾ ਕਿਤਾਬ ਪੜ੍ਹੋ, ਮੁਕਤੀ ਮਿਲੇਗੀ। ਤੇ ਫਿਰ ਕਬੀਰ ਸਾਹਿਬ ਜੀ ਇਹ ਸ਼ਬਦ ਬਖਸ਼ਿਸ਼ ਕਰਦੇ ਹਨ, ਵੇਦ ਕਤੇਬ ਇਫਤਰਾ ਭਾਈ। ਗੁਰੂ ਕਹਿਣ ਲੱਗੇ, ਜਿਹੜੇ 4 ਵੇਦ ਨੇ ਨਾ, ਰਿਗ ਵੇਦ, ਸ਼ਾਮ ਵੇਦ, ਅਥਰਵਣ ਵੇਦ, ਯਜੁਰ ਵੇਦ, ਇਹ ਜਿਹੜੇ 4 ਵੇਦ ਨੇ ਔਰ ਜਿਹੜੀਆਂ ਕਿਤਾਬਾਂ ਨੇ, ਮੁਸਲਮਾਨਾਂ ਦੀਆਂ ਧਾਰਮਿਕ ਗ੍ਰੰਥ ਨੇ, ਅੰਜੀਲ ਹੈ, ਤਹਰੀਕ ਹੈ। ਸਤਿਗੁਰੂ ਕਹਿਣ ਲੱਗੇ, ਇਹ ਗ੍ਰੰਥ ਤੇ ਭਾਈ ਸੀਸੇ ਦੇ ਵਾਂਗ ਨੇ। ਇਫਤਰਾ ਕਹਿੰਦੇ ਸੀਸੇ ਨੂੰ, ਸੀਸੇ ਦੇ ਵਾਂਗ ਨੇ ਧਾਰਮਿਕ ਗ੍ਰੰਥ। ਹੁਣ ਤੁਸੀਂ ਸੀਸੇ ਦੇ ਸਾਹਮਣੇ ਖੜ ਜਾਓ ਜਾ ਕੇ, ਸੀਸਾ ਤੁਹਾਨੂੰ ਇਹ ਦੱਸ ਦੇਵੇਗਾ ਵੀ ਤੇਰੇ ਮੂੰਹ ਤੇ ਦਾਗ ਲੱਗਾ, ਤੇਰੇ ਮੂੰਹ ਤੇ ਫਿਣਸੀ ਹੋਈ ਹੈ, ਤੇਰੀ ਪੱਗ ਦਾ ਲੜ ਠੀਕ ਨਹੀਂ ਹੈ। ਸੀਸਾ ਦੱਸ ਤੇ ਸਕਦਾ ਹੈ, ਪਰ ਕਦੇ ਕਿਸੇ ਨੇ ਵੇਖਿਆ ਵੀ ਸੀਸਾ ਆਪ ਤੇਰੇ ਮੂੰਹ ਦੇ ਦਾਗ ਨੂੰ ਸਾਫ਼ ਕਰਦਾ ਹੋਵੇ ਆ ਕੇ, ਜਾਂ ਸੀਸਾ ਤੇਰੇ ਪੱਗ ਦੇ ਲੜ ਨੂੰ ਠੀਕ ਕਰਦਾ ਹੋਵੇ? ਕਰਦਾ ਕੁਝ ਨਹੀਂ ਹੈ। ਸੀਸਾ ਕੇਵਲ ਦੱਸਦਾ ਹੈ ਵੀ ਤੇਰੇ ਮੂੰਹ ਤੇ ਦਾਗ ਲੱਗਾ, ਇਹਨੂੰ ਸਾਫ਼ ਕਰ ਲਾ, ਤੇਰੀ ਪੱਗ ਠੀਕ ਨਹੀਂ ਬੱਝੀ, ਇਹਨੂੰ ਠੀਕ ਕਰ ਲਾ। ਉਹਦਾ ਕੰਮ ਹੈ ਦੱਸਣਾ, ਅੱਗੋਂ ਕਰਨਾ ਇਹ ਉਹਦੀ ਮਰਜ਼ੀ ਹੈ ਜਿਹੜਾ ਸੀਸੇ ਵਿੱਚ ਵੇਖਦਾ ਪਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹ ਜਿਹੜੇ ਧਾਰਮਿਕ ਗ੍ਰੰਥ ਨੇ ਇਹ ਸੀਸੇ ਦੇ ਵਾਂਗ ਨੇ। ਸੀਸੇ ਦਾ ਕੰਮ ਹੈ ਦੱਸਣਾ। ਦਾਗ ਲੱਗਾ, ਤੁਹਾਨੂੰ ਮੂੰਹ ਧੋਣਾ ਪਵੇਗਾ, ਮੂੰਹ ਧੋਣ ਵਾਸਤੇ ਸਾਬਣ ਦੀ ਲੋੜ ਪਵੇਗੀ, ਉਹ ਸਾਬਣ ਵੀ ਤੁਹਾਨੂੰ ਬਾਜ਼ਾਰ ਵਿੱਚੋਂ ਆਪ ਲਿਆਉਣਾ ਪਵੇਗਾ, ਪਾਣੀ ਦਾ ਪ੍ਰਬੰਧ ਵੀ ਤੁਹਾਨੂੰ ਕਰਨਾ ਪਵੇਗਾ, ਫਿਰ ਉਹਦੇ ਨਾਲ ਮੂੰਹ ਧੋਵੇਂਗਾ ਤੇ ਦਾਗ ਦੂਰ ਹੋਵੇਗਾ। ਸੀਸੇ ਨੇ ਦਾਗ ਦੂਰ ਨਹੀਂ ਕੀਤਾ, ਕੇਵਲ ਸੀਸੇ ਨੇ ਦਾਗ ਦੱਸਿਆ ਹੈ। ਮਹਾਰਾਜ ਕਹਿਣ ਲੱਗੇ, ਭਾਈ ਇਹ ਜਿਹੜੇ ਧਾਰਮਿਕ ਗ੍ਰੰਥ ਨੇ ਇਹ ਦੱਸਦੇ ਜ਼ਰੂਰ ਨੇ ਵੀ ਆਹ ਕਰਮ ਕਰੇਗਾ ਇਹਦਾ ਤੈਨੂੰ ਇਹ ਫਲ ਮਿਲੇਗਾ, ਇਹ ਕਰਮ ਕਰੇਗਾ ਇਹਦਾ ਤੈਨੂੰ ਫਲ ਇਹ ਮਿਲੇਗਾ। ਧਾਰਮਿਕ ਗ੍ਰੰਥ ਜਿਹੜਾ ਹੈ ਉਹ ਕਰਮ ਦੀ ਗੱਲ ਕਰਦਾ ਹੈ ਕਿ ਆਹ ਪਾਪ ਦਾ ਕਰਮ ਹੈ, ਆਹ ਪੁੰਨ ਦਾ ਕਰਮ ਹੈ, ਇਹ ਕੰਮ ਕਰੇਗਾ ਤੇ ਇਹ ਫਲ ਮਿਲੇਗਾ, ਜਦੋਂ ਇਹ ਕੰਮ ਕਰੇਗਾ ਤੇ ਇਹਦਾ ਫਲ ਇਹ ਮਿਲੇਗਾ। ਕੇਵਲ ਫਲ ਨੂੰ ਦੱਸਦਾ ਹੈ ਪਰ ਫਲ ਦਿੰਦਾ ਨਹੀਂ ਹੈ। ਫਲ ਲੈਣ ਵਾਸਤੇ ਜਿਵੇਂ ਮੂੰਹ ਦਾ ਦਾਗ ਧੋਣ ਵਾਸਤੇ ਪਾਣੀ ਤੇ ਸਾਬਣ ਦਾ ਇੰਤਜ਼ਾਮ ਆਪ ਨੂੰ ਕਰਨਾ ਪਿਆ, ਇਸੇ ਤਰ੍ਹਾਂ ਜੇ ਮੁਕਤੀ ਦਾ ਫਲ ਲੈਣਾ ਚਾਹੁੰਦਾ ਹੈ ਨਾ ਤੇ ਤੈਨੂੰ ਉਹ ਨਾਮ ਆਪ ਜਪਣਾ ਪਵੇਗਾ, ਮੁਕਤੀ ਤਾਂ ਮਿਲਣੀ ਹੈ। ਕੱਲਾ ਸੀਸਾ ਵੇਖਿਆ ਮੂੰਹ ਦਾ ਦਾਗ ਨਹੀਂ ਦੂਰ ਹੁੰਦਾ, ਕੱਲਾ ਗ੍ਰੰਥ ਪੜ੍ਹਿਆ ਮੁਕਤੀ ਨਹੀਂ ਮਿਲਦੀ ਹੈ। ਗ੍ਰੰਥ ਦੇ ਵਿੱਚ ਤੇ ਇਹ ਲਿਖਿਆ ਵੀ ਇਸ ਕਰਮ ਦਾ ਫਲ ਇਹ ਹੈ ਤੇ ਇਸ ਕਰਮ ਦਾ ਫਲ ਇਹ ਹੈ, ਪਰ ਉਹ ਕਰਮਾਂ ਦਾ ਫਲ ਜਿਵੇਂ ਦੇ ਕਰਮ ਕਰੇਗਾ। ਕਾਨੂੰਨ ਦਾ ਗ੍ਰੰਥ ਬਣਿਆ ਨਾ, ਉਹਦੇ ਵਿੱਚ ਧਾਰਾ ਲਿਖੀਆਂ, ਆਹ ਅਪਰਾਧ ਕੀਤਾ ਤੇ ਧਾਰਾ ਇਹ ਲੱਗੇਗੀ, ਇਹ ਧਾਰਾ ਲੱਗੇਗੀ ਤੇ ਇੰਨੇ ਚਿਰ ਦੀ ਸਜ਼ਾ ਮਿਲੇਗੀ। ਪਰ ਉਹ ਧਾਰਾ ਤੇ ਤਾਂ ਹੀ ਲੱਗੇਗੀ ਨਾ, ਸਜ਼ਾ ਤੇ ਤਾਂ ਹੀ ਮਿਲੇਗੀ ਜੇ ਤੂੰ ਉਹ ਕਰਮ ਕਰੇਗਾ, ਉਹ ਕੰਮ ਕਰੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹ ਜਿਹੜੇ ਧਾਰਮਿਕ ਗ੍ਰੰਥ ਨੇ ਨਾ ਭਾਈ, ਇਹ ਵੀ ਧਾਰਾ ਹੀ ਲਾਉਂਦੇ ਆਪੋ ਆਪਣੀਆਂ। ਆਹ ਕਰਮ ਕਰ ਇਹਦਾ ਤੈਨੂੰ ਫਲ ਮਿਲੇਗਾ, ਆਹ ਕਰਮ ਕਰੇਗਾ ਇਹਦਾ ਫਲ ਮਿਲੇਗਾ। ਤੇ ਪਾਤਸ਼ਾਹ ਕਹਿਣ ਲੱਗੇ, ਇਹ ਜਿਹੜੀਆਂ ਵੇਦਾਂ ਨੇ, ਕਿਤਾਬਾਂ ਨੇ, ਤਹਰੀਕ ਹੈ, ਅੰਜੀਲ ਹੈ, ਬਾਈਬਲ ਹੈ,
ਕੁਰਾਨ ਹੈ, ਜਿੰਨੇ ਵੀ ਧਾਰਮਿਕ ਗ੍ਰੰਥ ਨੇ ਕੇਵਲ ਕਰਮ ਕਾਂਡ ਦੀ ਵਰਣਨ ਕਰਦੇ। ਇਸ ਕਰਮ ਦਾ ਫਲ ਇਹ ਹੈ, ਮਹਾਰਾਜ ਫਰਮਾਉਂਦੇ ਹਨ, ਦਿਲ ਕਾ ਫਿਕਰ ਨਾ ਜਾਏ। ਪਰ ਇਹ ਮਨ ਦਾ ਸੰਸਾ ਦੂਰ ਨਹੀਂ ਕਰਦੀਆਂ। ਜਿਹੜੇ ਮਨ ਵਿੱਚ ਸੰਸੇ ਬਣੇ ਹੋਏ ਨਾ, ਸੰਸੇ ਨੂੰ ਦੂਰ ਨਹੀਂ ਕਰਦੀਆਂ। ਧਾਰਮਿਕ ਕਿਤਾਬਾਂ ਜਿਹੜੀਆਂ ਨੇ, ਜੇ ਮਨ ਦੇ ਸੰਸੇ ਦੂਰ ਕਰਨਾ ਚਾਹਣਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ ਸ਼ਬਦ ਪੜ੍ਹੇਗਾ ਤਾਂ ਤੇਰੇ ਮਨ ਦੇ ਸੰਸੇ ਦੂਰ ਹੋਣੇ। ਪਾਤਸ਼ਾਹ ਕਹਿਣ ਲੱਗੇ ਧਾਰਮਿਕ ਗ੍ਰੰਥ ਕੇਵਲ ਦੱਸ ਸਕਦੇ ਕਿਹੜੇ ਕਰਮ ਦਾ ਕੀ ਫਲ ਹੈ, ਪਰ ਮਨ ਦਾ ਸੰਸਾ ਦੂਰ ਨਹੀਂ ਕਰ ਪਾਉਂਦੇ। ਗ੍ਰੰਥ ਪੜ੍ਹਨ ਵਾਲਾ ਗ੍ਰੰਥ ਵਿੱਚ ਡੁੱਬ ਜਾਂਦਾ ਪਰ ਪਾਰ ਨਹੀਂ ਹੋ ਪਾਏਗਾ, ਕਿਉਂਕਿ ਮਹਾਰਾਜ ਜੀ ਦਾ ਬਚਨ ਹੈ ਨਾ, ਆਪ ਡੁੱਬੇ ਚੋਂ ਵੇਦ ਮੇ ਚੇਲੇ ਦੀਏ ਬਹਾਏ। ਵੇਦ ਪੜ੍ਹਨ ਵਾਲਾ ਤੇ ਆਪ ਡੁੱਬ ਗਿਆ ਵੇਦਾਂ ਨੂੰ ਪੜ੍ਹਦਾ ਪੜ੍ਹਦਾ। ਜਿਹੜੇ ਚੇਲੇ ਚਾਟੜੇ ਬਣੇ, ਕਹਿਣ ਲੱਗੇ ਉਹ ਵੀ ਵਿਚਾਰੇ ਵਿੱਚੇ ਹੀ ਰੁੜ ਗਏ, ਨਾਲ ਹੀ ਰੋੜ ਕੇ ਲੈ ਗਿਆ, ਤਰਿਆ ਕੋਈ ਵੀ ਨਹੀਂ। ਸਤਿਗੁਰੂ ਕਹਿਣ ਲੱਗੇ ਵੇਦ ਕਤੇਬ ਇਫਤਰਾ ਭਾਈ। ਇਹ ਵੇਦਾਂ ਤੇ ਕਤੇਬਾਂ ਸੀਸੇ ਦੇ ਵਾਂਗ ਨੇ, ਇਹਨਾਂ ਨੂੰ ਪੜ੍ਹ ਕੇ ਕਰਮ ਕਾਂਡ ਦਾ ਤੇ ਪਤਾ ਲੱਗ ਸਕਦਾ ਵੀ ਕਿਹੜੇ ਕਰਮ ਦਾ ਕੀ ਫਲ ਹੈ, ਪਰ ਦਿਲ ਕਾ ਫਿਕਰ ਨਾ ਜਾਏ। ਇਹ ਧਾਰਮਿਕ ਗ੍ਰੰਥ ਤੇਰੇ ਮਨ ਦੇ ਫਿਕਰ ਨੂੰ ਦੂਰ ਨਹੀਂ ਕਰ ਸਕਦੇ, ਤੇਰੇ ਮਨ ਦੇ ਸੰਸੇ ਦੂਰ ਨਹੀਂ ਕਰ ਸਕਦੇ। ਤੇਰੇ ਮਨ ਦੇ ਸੰਸੇ ਉਸੇ ਤਰ੍ਹਾਂ ਬਣੇ ਹੋਏ, ਭੁਲੇਖੇ ਉਸੇ ਤਰ੍ਹਾਂ ਬਣੇ ਹੋਏ, ਸੰਸਾ ਦੂਰ ਨਹੀਂ ਹੁੰਦਾ ਹੈ। ਤੇ ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗੇ ਭਾਈ ਇਹ ਜਿਹੜੇ ਦੁਨੀਆ ਦੇ ਵਿੱਚ ਜੋਤਸ਼ੀ ਨੇ, ਪੰਡਤ ਨੇ, ਇਹ ਸਾਰੇ ਆਪ ਸੰਸਿਆਂ ਦੇ ਭਰੇ ਹੋਏ। ਇਹ ਦੂਜੇ ਨੂੰ ਦੱਸ ਸਕਦੇ ਨੇ ਆਹ ਕਰਮ ਦਾ ਫਲ ਇਹ ਹੈ, ਪਰ ਆਪ ਨਹੀਂ ਕਮਾਈ ਕਰਦੇ। ਇੱਕ ਨਾ ਵਿਦਵਾਨ ਨੇ ਬੜੀ ਸੋਹਣੀ ਸਾਖੀ ਲਿਖੀ ਹੈ। ਕਹਿਣ ਲੱਗੇ ਵੀ ਇੱਕ ਸ਼ਾਹੂਕਾਰ ਆਪਣੇ ਖੇਤਾਂ ਵਿੱਚ ਗਿਆ, ਉਹਨੇ ਖੇਤਾਂ ਦਾ ਪਾਣੀ ਲਾਇਆ, ਪਾਣੀ ਲਾ ਕੇ ਤੇ ਆਪਣੀ ਕਹੀ ਜਿਹੜੀ ਹੈ ਨਾ ਪਾਣੀ ਲਾਉਣ ਵਾਲੀ, ਉੱਥੇ ਨੱਕੇ ਦੇ ਉੱਪਰ ਹੀ ਰੱਖ ਆਇਆ। ਥੋੜ੍ਹੇ ਚਿਰ ਬਾਅਦ ਚੇਤਾ ਆਇਆ, ਜਦੋਂ ਕਿਤੇ ਘਰ ਆ ਗਿਆ ਨਾ ਤਾਂ ਸ਼ਾਹੂਕਾਰ ਨੂੰ ਚੇਤਾ ਆਇਆ ਵੀ ਮੇਰੀ ਤੇ ਕਹੀ ਉੱਥੇ ਰਹਿ ਗਈ ਖੇਤ ਵਿੱਚ, ਮੈਂ ਜਾ ਕੇ ਲੈ ਆਵਾਂ। ਤੇ ਜਦੋਂ ਸ਼ਾਹੂਕਾਰ ਗਿਆ ਆਪਣੇ ਖੇਤ ਵਿੱਚ ਕਹੀ ਲੈਣ ਵਾਸਤੇ ਤੇ ਵੇਖਦਾ ਵੀ ਕਹੀ ਤੇ ਉੱਥੇ ਹੈ ਹੀ ਨਹੀਂ। ਇੱਧਰ ਉੱਧਰ ਖੇਤ ਵਿੱਚ ਲੱਭਿਆ ਪਰ ਲੱਭੀ ਨਹੀਂ। ਹੁਣ ਸ਼ਾਹੂਕਾਰ ਸੋਚਦਾ ਹੈ ਮੇਰੀ ਕਹੀ ਨੂੰ ਚੋਰ ਚੁੱਕ ਕੇ ਲੈ ਗਿਆ ਹੈ। ਜੇ ਮੇਰੇ ਵਰਗੇ ਸ਼ਾਹੂਕਾਰ ਦੀ ਚੀਜ਼ ਚੁੱਕੀ ਜਾ ਸਕਦੀ ਹੈ ਤੇ ਆਮ ਬੰਦੇ ਦਾ ਕੀ ਹਾਲ ਹੋਵੇਗਾ। ਉਸ ਵੇਲੇ ਸ਼ਾਹੂਕਾਰ ਪਿੰਡ ਵਿੱਚ ਗਿਆ, ਜਿਹੜਾ ਢੋਲ ਵਜਾਉਣ ਵਾਲਾ ਸੀ ਨਾ ਉਹਨੂੰ ਆਖਿਆ ਵੀ ਤੂੰ ਸਾਰੇ ਪਿੰਡ ਵਿੱਚ ਹੋਕਾ ਦੇ ਵੀ ਸ਼ਾਹੂਕਾਰ ਦੀ ਕਹੀ ਚੁੱਕੀ ਗਈ ਹੈ, ਜਿਹਨੇ ਲੱਭੀ ਹੈ, ਜਿਹਨੂੰ ਮਿਲੀ ਹੈ ਉਹ ਵਾਪਸ ਕਰ ਦੇਵੇ। ਢੋਲਵਾਲ ਨੇ ਢੋਲ ਵਜਾਇਆ, ਸਾਰੇ ਪਿੰਡ ਵਿੱਚ ਹੋਕਾ ਦਿੱਤਾ ਵੀ ਕਈ ਫਲਾਣੇ ਸ਼ਾਹੂਕਾਰ ਦੀ ਕੋਈ ਚੁੱਕ ਲਿਆ, ਵਾਪਸ ਕਰ ਦਿਓ। ਹੋਕਾ ਦੇਣ ਦੇ ਬਾਵਜੂਦ ਕਈ ਮਿਲੀ ਨਹੀਂ ਹੈ। ਕਿਸੇ ਸਿਆਣੇ ਬੰਦੇ ਨੇ ਸਲਾਹ ਦਿੱਤੀ ਵੀ ਸ਼ਾਹੂਕਾਰ ਹੁਣ ਸਾਰੇ ਪਿੰਡ ਦੀ ਤਲਾਸ਼ੀ ਕਰ, ਕੱਲੇ ਕੱਲੇ ਘਰ ਦੀ ਤਲਾਸ਼ੀ ਕਰ, ਫਿਰ ਲੱਭੇਗੀ। ਸ਼ਾਹੂਕਾਰ ਕਹਿਣ ਲੱਗਾ ਇਹ ਵੀ ਗੱਲ ਠੀਕ ਹੈ। ਆਪਣੇ ਕੁਝ ਬੰਦੇ ਭੇਜੇ, ਕਹਿਣ ਲੱਗਾ ਵੀ ਜਾਓ ਸਾਰੇ ਪਿੰਡ ਦੀ ਤਲਾਸ਼ੀ ਲੈ ਕੇ ਆਓ। ਸਾਰੇ ਪਿੰਡ ਦੀ ਤਲਾਸ਼ੀ ਲਈ ਹੈ, ਕਈ ਫਿਰ ਵੀ ਨਹੀਂ ਲੱਭੀ। ਸ਼ਾਹੂਕਾਰ ਬੜਾ ਹੈਰਾਨ ਹੈ, ਢੰਡੋਰਾ ਵੀ ਪਿੱਟਿਆ, ਢੋਲ ਵੀ ਵਜਾਇਆ, ਅਨਾਉਂਸਮੈਂਟ ਵੀ ਕੀਤੀ ਹੈ, ਕਈ ਨਹੀਂ ਮਿਲੀ ਹੈ। ਕੱਲੇ ਕੱਲੇ ਘਰ ਦੀ ਤਲਾਸ਼ੀ ਕੀਤੀ ਹੈ, ਕਈ ਫਿਰ ਵੀ ਨਹੀਂ ਮਿਲੀ ਹੈ। ਸੋਚਾਂ ਵਿੱਚ ਪਿਆ ਹੈ। ਕਿਸੇ ਸਿਆਣੇ ਬਜ਼ੁਰਗ ਨੇ ਆ ਕੇ ਪੁੱਛਿਆ ਵੀ ਸ਼ਾਹੂਕਾਰ ਕੀ ਹੋਇਆ। ਕਹਿਣ ਲੱਗਾ ਜੀ ਮੇਰੀ ਕਹੀ ਚੁੱਕੀ ਗਈ ਹੈ, ਮੈਂ ਢੰਡੋਰਾ ਵੀ ਦਿੱਤਾ, ਢੋਲ ਵੀ ਵਜਾਇਆ ਤੇ ਘਰਾਂ ਦੀ ਤਲਾਸ਼ੀ ਵੀ ਕੀਤੀ ਹੈ, ਪਰ ਲੱਭੀ ਕੋਈ ਨਹੀਂ। ਤੇ ਉਹ ਸਿਆਣਾ ਬਜ਼ੁਰਗ ਕਹਿਣ ਲੱਗਾ ਵੀ ਆਹ ਜਿਹੜਾ ਢੋਲ ਵਜਾਉਂਦਾ ਪਿਆ ਇਹਦੇ ਘਰੇ ਵੀ ਜਾ ਕੇ ਵੇਖਿਆ, ਇਹਦੇ ਘਰ ਦੀ ਤਲਾਸ਼ੀ ਲਈ ਹੈ। ਕਹਿਣ ਲੱਗਾ ਵੀ ਇਹਦੇ ਘਰ ਦੀ ਤੇ ਤਲਾਸ਼ੀ ਨਹੀਂ ਲਈ ਹੈ ਤੇ ਮੇਰੇ ਨਾਲ ਇਹ ਤੇ ਆਪ ਹੋਕਾ ਦਿੰਦਾ ਪਿਆ। ਕਹਿਣ ਲੱਗੇ ਹੋਕਾ ਹੀ ਦਿੰਦਾ ਨਾ, ਘਰ ਤੇ ਇਹਦਾ ਵੀ ਵੇਖਣਾ ਚਾਹੀਦਾ। ਜਦੋਂ ਜਾ ਕੇ ਉਹਦਾ ਘਰ ਵੇਖਿਆ, ਉਹਦੇ ਘਰ ਵਿੱਚ ਉਹ ਕਹੀ ਮਿਲ ਗਈ। ਜਦੋਂ ਕਹੀ ਮਿਲੀ ਤੇ ਸ਼ਾਹੂਕਾਰ ਬੜਾ ਹੈਰਾਨ ਹੋਇਆ। ਕਹਿਣ ਲੱਗਾ ਵੀ ਇਹ ਸਵੇਰ ਦਾ ਮੇਰੇ ਨਾਲ ਤੁਰਿਆ ਫਿਰਦਾ, ਸਵੇਰ ਦਾ ਆਵਾਜ਼ ਦਿੰਦਾ ਪਿਆ, ਜਿਹਨੇ ਕਹੀ ਚੁੱਕੀ ਆ ਉਹ ਕਹੀ ਦੇ ਦਿਓ, ਜਿਹੜਾ ਕਹੀ ਲੈ ਗਿਆ ਉਹ ਦੇ ਦਿਓ, ਪਰ ਇਹਨੇ ਇਹ ਨਹੀਂ ਦੱਸਿਆ ਵੀ ਕਹੀ ਤੇ ਮੇਰੇ ਘਰ ਵਿੱਚ ਹੀ ਪਈ ਹੈ ਤੇ ਲੈ ਕੇ ਵੀ ਮੈਂ ਹੀ ਜਾਣ ਵਾਲਾ ਹਾਂ। ਤੇ ਸਤਿਗੁਰਾਂ ਨੇ ਸਮਝਾਇਆ, ਕਹਿਣ ਲੱਗੇ ਇਹ ਜਿਹੜੀਆਂ ਵੇਦਾਂ ਨੇ, ਕਤੇਬਾਂ ਨੇ, ਜੋਤਸ਼ੀ ਨੇ, ਪੰਡਤ ਨੇ,
ਇਹ ਬਸ ਉਸ ਢੋਲ ਵਜਾਉਣ ਵਾਲੇ ਵਾਂਗੂ ਹੋਕਾ ਦੇ ਹੀ ਸਕਦੇ ਨੇ ਵੀ ਗ੍ਰੰਥ ਵਿੱਚ ਇਹ ਲਿਖਿਆ, ਗ੍ਰੰਥ ਵਿੱਚ ਇਹ ਲਿਖਿਆ। ਜੋਤਿਸ਼ ਇਹ ਕਹਿੰਦੀ ਹੈ, ਪੰਡਤ ਇਹ ਕਹਿੰਦਾ ਫਲਾਣੀ ਤਰੀਕ ਇਸ ਤਰ੍ਹਾਂ ਦੀ ਹੈ, ਫਲਾਣਾ ਮਹੂਰਤ ਇਸ ਤਰ੍ਹਾਂ ਦਾ ਹੈ। ਪਰ ਮਹਾਰਾਜ ਕਹਿਣ ਲੱਗੇ ਨਾ ਇਹ ਮਹੂਰਤ ਨੂੰ ਆਪ ਮੰਨਦਾ, ਨਾ ਗ੍ਰੰਥ ਦੇ ਉੱਪਰ ਆਪ ਚੱਲਦਾ, ਆਪਣੀ ਕਹੀ ਹੋਈ ਗੱਲ ਨੂੰ ਆਪ ਨਹੀਂ ਮੰਨਦਾ, ਕੇਵਲ ਦੂਜਿਆਂ ਨੂੰ ਸੁਣਾਉਣ ਤੱਕ ਸੀਮਤ ਹੈ। ਇਸ ਕਰਕੇ ਇਹਨੂੰ ਪ੍ਰਾਪਤੀ ਕੋਈ ਨਹੀਂ ਹੈ। ਮਹਾਰਾਜ ਕਹਿਣ ਲੱਗੇ ਹੈ ਕਾਜੀ ਹੈ ਪੰਡਤ, ਤੁਸੀਂ ਆਖਦੇ ਹੋ ਵੀ ਇਹ ਜਿਹੜੀਆਂ ਵੇਦਾਂ ਕਿਤਾਬਾਂ ਨੇ ਇਹਨੂੰ ਪੜ੍ਹਨ ਦੇ ਨਾਲ ਮੁਕਤੀ ਮਿਲਦੀ ਹੈ। ਮੈਂ ਇਹ ਗੱਲ ਕਹਿੰਦਾ ਹਾਂ ਕਿ ਵੇਦ ਕਿਤਾਬ ਤੇ ਸੀਸੇ ਵਰਗੀ ਹੈ, ਕੇਵਲ ਦੱਸ ਸਕਦੀ ਹੈ। ਇਹਨਾਂ ਵੇਦਾਂ ਕਿਤਾਬਾਂ ਨੂੰ ਪੜ੍ਹਨ ਵਾਲਾ ਜਿਹੜਾ ਪੰਡਤ ਹੈ ਜਾਂ ਕਾਜੀ ਹੈ ਜਾਂ ਜੋਤਸ਼ੀ ਹੈ, ਉਹ ਕੇਵਲ ਹੋਕਾ ਦੇ ਸਕਦਾ। ਜਿਵੇਂ ਉਹ ਢੋਲੀ ਨੇ ਹੋਕਾ ਦਿੱਤਾ ਵੀ ਕਈ ਗਵਾਚ ਗਈ ਹੈ, ਪਰ ਉਹਨੇ ਇਹ ਨਹੀਂ ਦੱਸਿਆ ਵੀ ਉਹ ਮੇਰੇ ਘਰ ਵਿੱਚ ਹੀ ਪਈ ਹੋਈ ਹੈ। ਇਹ ਪੰਡਤ ਲੋਕ, ਇਹ ਜੋਤਸ਼ੀ ਲੋਕ ਦੱਸ ਸਕਦੇ ਤੂੰ ਆਹ ਮਹੂਰਤ ਤੇ ਆਹ ਕੰਮ ਕਰ, ਇਸ ਵੇਲੇ ਆਹ ਕਾਰਜ ਕਰ, ਤੈਨੂੰ ਲਾਭ ਮਿਲੇਗਾ। ਦੂਜਿਆਂ ਨੂੰ ਦੱਸਣ ਵਾਲਾ ਕਦੇ ਆਪ ਉਹਦੀ ਕਮਾਈ ਨਹੀਂ ਕਰਦਾ ਹੈ। ਮਹਾਰਾਜ ਕਹਿਣ ਲੱਗੇ ਫਿਰ ਇਸ ਤਰ੍ਹਾਂ ਕਰਨ ਦੇ ਨਾਲ ਦਿਲ ਕਾ ਫਿਕਰ ਨਾ ਜਾਏ, ਮਨ ਦੇ ਸੰਸ਼ੇ ਕਦੇ ਦੂਰ ਨਹੀਂ ਹੁੰਦੇ, ਉਸੇ ਤਰ੍ਹਾਂ ਬਣੇ ਰਹਿੰਦੇ। ਫਿਰ ਬਖਸ਼ਿਸ਼ ਕਰਦੇ ਹਨ। ਵੇਦ ਕਿਤਾਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਪਾਤਸ਼ਾਹ ਦੂਜਾ ਅਰਥ ਵੀ ਸਾਨੂੰ ਇਹਦੇ ਵਿੱਚੋਂ ਇੱਕ ਹੋਰ ਲੱਭ ਜਾਂਦਾ, ਮਿਲ ਜਾਂਦਾ ਹੈ। ਕਹਿਣ ਲੱਗੇ ਵੇਦਾਂ ਕਿਤਾਬਾਂ ਨੂੰ ਕੇਵਲ ਵਿਖਾਵੇ ਮਾਤਰ ਪੜ੍ਹਨਾ। ਕਈ ਵਾਰੀ ਕੀ ਹੁੰਦਾ ਕਿ ਦੋ ਚਾਰ ਬੰਦੇ ਆਉਂਦੇ ਪਏ, ਬੰਦਾ ਗ੍ਰੰਥ ਖੋਲ ਕੇ ਬਹਿ ਜਾਂਦਾ ਵੀ ਇਹ ਆਖਣਗੇ ਵੀ ਇਹ ਤੇ ਬੜਾ ਪੜ੍ਹਦਾ ਭਾਈ, ਇਹ ਤੇ ਬੜੀ ਮਿਹਨਤ ਕਰਦਾ, ਇਹ ਤੇ ਬੜਾ ਵੱਡਾ ਵਿਦਵਾਨ ਹੈ, 4-5 ਗ੍ਰੰਥ ਆਸੇ ਪਾਸੇ ਰੱਖ ਲੈ। ਮਹਾਰਾਜ ਕਹਿਣ ਲੱਗੇ ਵੇਦ ਪੜ੍ਹਨੇ, ਕਿਤਾਬ ਪੜ੍ਹਨੇ, ਔਰ ਪੜ੍ਹਨੇ ਕੇਵਲ ਵਿਖਾਵੇ ਮਾਤਰ, ਪੜ੍ਹਨੇ ਨਹੀਂ, ਕੇਵਲ ਵਿਖਾਵਾ ਕਰਨਾ ਕਿ ਮੈਂ ਪੜ੍ਹਦਾ ਪਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵਿਖਾਵਾ ਵਿਖਾਉਂਦਾ ਪਿਆ ਦੁਨੀਆ ਨੂੰ, ਵਿਖਾਵਾ ਕਰਨ ਦੇ ਨਾਲ ਤੇਰੇ ਮਨ ਦੇ ਸੰਸ਼ੇ ਦੂਰ ਨਹੀਂ ਹੋਣੇ। ਕਈ ਵਾਰੀ ਆਪਾਂ ਵੀ ਕਰਦੇ ਆ ਨਾ ਕਿ ਹੁਣ 4 ਬੰਦੇ ਇਕੱਠੇ ਹੋਏ ਨੇ, ਹੁਣ ਕੋਈ ਨਿੱਕਾ ਮੋਟਾ ਦਾਨ ਕਰ ਦਈਏ, ਇਹਨਾਂ ਨੂੰ ਵਿਖਾਈਏ ਵੀ ਮੈਂ ਇੰਨੇ ਰੁਪਈਏ ਭੋਗ ਤੇ ਦਾਨ ਕੀਤੇ, ਇੰਨੇ ਪੈਸੇ ਮੈਂ ਮੰਦਰ ਨੂੰ ਦੇ ਆਇਆ, ਇੰਨੇ ਪੈਸੇ ਮੈਂ ਕਿਸੇ ਗਰੀਬ ਨੂੰ ਦੇ ਆਇਆ, ਮੇਰੀ ਅਨਾਉਂਸਮੈਂਟ ਕੀਤੀ ਜਾਵੇ, ਮੇਰਾ ਰੌਲਾ ਪਾਇਆ ਜਾਵੇ, ਮੇਰੇ ਇਸ਼ਤਿਹਾਰ ਵੰਡੇ ਜਾਣ। ਵਿਖਾਵਾ ਕੀਤਾ ਨਾ ਕੰਮ ਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵਿਖਾਵੇ ਨਾਲ ਕੀਤਾ ਹੋਇਆ ਕੰਮ ਤੇਰੇ ਮਨ ਨੂੰ ਕਦੇ ਚੈਨ ਨਹੀਂ ਦੇਵੇਗਾ, ਤੇਰੇ ਮਨ ਦਾ ਸ਼ੰਕਾ ਦੂਰ ਨਹੀਂ ਕਰੇਗਾ। ਜਿਹੜਾ ਕੰਮ ਵਿਖਾਵੇ ਵਿੱਚ ਆ ਗਿਆ ਉਹਦਾ ਫਲ ਤੈਨੂੰ ਕੋਈ ਨਹੀਂ ਮਿਲਣਾ। ਔਰ ਬਹੁਤਾਤ ਸਾਡੇ ਕੰਮ ਵਿਖਾਵੇ ਵਿੱਚ ਹੀ ਆ ਗਏ ਨੇ। ਪੱਥਰ ਤੇ ਵੱਡਾ ਨਾਮ ਗੁਰਦੁਆਰੇ ਦੇ ਬਾਹਰ ਲਿਖਿਆ ਹੋਵੇ ਕਿ ਮੈਂ ਫਲਾਣੇ ਬੰਦੇ ਨੇ ਆਹ ਕੰਮ ਕੀਤਾ, ਕਰਵਾਇਆ ਹੈ। ਮਹਾਰਾਜ ਕਹਿਣ ਲੱਗੇ ਭਾਈ ਇਸ ਤਰ੍ਹਾਂ ਕਰਨ ਦੇ ਨਾਲ ਖਾਲੀ ਹੈ, ਪ੍ਰਾਪਤੀ ਕੋਈ ਨਹੀਂ ਹੈ। ਜਿਹੜਾ ਵਿਖਾਵਾ ਕੀਤਾ ਨਾ, ਵਿਖਾਵੇ ਮਾਤਰ ਭਾਵੇਂ ਪੜ੍ਹ ਲਾ, ਵਿਖਾਵੇ ਮਾਤਰ ਭਾਵੇਂ ਦਾਨ ਕਰ ਲਾ, ਜਿਹੜੀ ਕੰਮ ਗੱਲ ਵਿਖਾਵੇ ਵਿੱਚ ਆ ਗਈ ਉਹ ਤੇਰੇ ਮਨ ਦੇ ਸੰਸ਼ੇ ਨੂੰ ਦੂਰ ਨਹੀਂ ਕਰ ਸਕਦੀ, ਤੇਰੇ ਮਨ ਦੇ ਭਰਮ ਨੂੰ ਦੂਰ ਨਹੀਂ ਕਰ ਸਕਦੀ, ਤੇਰੇ ਮਨ ਨੂੰ ਚੈਨ ਦੇ ਨਹੀਂ ਸਕਦੀ। ਤੇਰਾ ਮਨ ਉਸੇ ਤਰ੍ਹਾਂ ਹੀ ਬੇਚੈਨ ਰਹੇਗਾ, ਤੇਰੇ ਮਨ ਵਿੱਚ ਸੰਸ਼ੇ ਉਸੇ ਤਰ੍ਹਾਂ ਹੀ ਭਰੇ ਰਹਿਣਗੇ, ਕਿਉਂਕਿ ਕੰਮ ਤੇ ਤੂੰ ਧਾਰਮਿਕ ਕੀਤਾ ਪਰ ਕੀਤਾ ਵਿਖਾ ਕੇ ਹੈ। ਹੁਣ 4 ਬੰਦੇ ਇਕੱਠੇ ਹੋ ਗਏ, ਮੈਂ ਪਾਣੀ ਦੀ ਕੇਤਲੀ ਫੜ ਲਵਾਂ ਵੀ ਇਹ ਵੇਖਣਗੇ ਬੱਲੇ ਬੱਲੇ ਬਾਬਾ ਜੀ ਬੜੀ ਸੇਵਾ ਕਰਦੇ, ਪਰ ਉਹ ਸੇਵਾ ਨਹੀਂ, ਉਹ ਵਿਖਾਵਾ ਕਰਦਾ ਪਿਆ ਮੈਂ ਵੀ ਮੈਨੂੰ 4 ਬੰਦੇ ਚੰਗਾ ਕਹਿਣ। ਕੋਈ ਮੰਦਰ ਦਾ ਪ੍ਰਧਾਨ, ਕੋਈ ਕਮੇਟੀ ਦਾ ਪ੍ਰਧਾਨ, ਕੋਈ ਵਿਅਕਤੀ ਆ ਗਿਆ ਤੇ ਉਹਨੂੰ ਵੇਖ ਕੇ ਝਾੜੂ ਫੜ ਲੈਣਾ ਵੀ ਇਹ ਆਖੇ ਵੀ ਬੱਲੇ ਬੜਾ ਵੱਡਾ ਸੇਵਾਦਾਰ ਹੈ। ਇਹ ਸੇਵਾਦਾਰੀ ਨਹੀਂ ਹੈ, ਇਸ ਨੂੰ ਚਮਚਾਗਿਰੀ ਕਹਿੰਦੇ, ਚਾਪਲੂਸੀ, ਵਿਖਾਵਾ ਹੀ ਕਰਨਾ, ਕਰਨਾ ਕੁਛ ਨਹੀਂ। ਇਸ ਤਰ੍ਹਾਂ ਕਰਨ ਦੇ ਨਾਲ ਕੋਈ ਪ੍ਰਾਪਤੀ ਨਹੀਂ ਹੈ, ਨਾ ਮਨ ਨੂੰ ਤਸੱਲੀ ਹੈ, ਨਾ ਮਨ ਨੂੰ ਸਕੂਨ ਹੈ, ਨਾ ਕੋਈ ਚੈਨ ਹੈ, ਨਾ ਹੀ ਉਹਦਾ ਕੋਈ ਫਲ ਹੈ, ਕਿਉਂਕਿ ਕੰਮ ਕੀਤਾ ਹੀ ਵਿਖਾਵੇ ਮਾਤਰ, ਵਿਖਾ ਕੇ ਹੈ, ਉਹਨੂੰ ਕਮਾਇਆ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਵੇਂ ਤੂੰ ਧਾਰਮਿਕ ਗ੍ਰੰਥ ਪੜ੍ਹ ਲਾ ਤੇ ਭਾਵੇਂ ਤੂੰ ਧਾਰਮਿਕ ਕੋਈ ਵੀ ਕੰਮ ਕਰ ਲਾ, ਜਿਹੜਾ ਕੰਮ ਵਿਖਾਵੇ ਵਾਸਤੇ ਕੀਤਾ ਦੁਨੀਆ ਵੇਖੇ, ਤੇਰੇ ਮਨ ਦੇ ਸੰਸ਼ੇ ਦੂਰ ਨਹੀਂ ਹੋਣਗੇ, ਤੇਰੇ ਮਨ ਨੂੰ ਚੈਨ ਨਹੀਂ ਮਿਲੇਗਾ। ਫਿਰ ਬਖਸ਼ਿਸ਼ ਕਰਦੇ ਹਨ। ਵੇਦ ਕਿਤਾਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਇਸ ਪੰਕਤੀ ਦਾ ਸਾਨੂੰ ਤੀਜਾ ਅਰਥ ਇਹ ਬਖਸ਼ਿਸ਼ ਕਰਦੇ ਨੇ, ਇਹ ਜਿਹੜੀਆਂ ਵੇਦਾਂ ਤੇ ਕਿਤਾਬਾਂ ਨੇ ਨਾ, ਧਾਰਮਿਕ ਗ੍ਰੰਥ,
ਇਹ ਭਾਈ ਜਾਲ ਦੇ ਵਾਂਗ ਨੇ। ਜਿਵੇਂ ਜਾਲ ਹੁੰਦਾ ਨਾ ਮਛੇਰੇ ਦੇ ਕੋਲ, ਤੇ ਮਛੇਰਾ ਜਾ ਕੇ ਪਾਣੀ ਵਿੱਚ ਜਾਲ ਸੁੱਟਦਾ ਤੇ ਕਈ ਮੱਛੀਆਂ ਨੂੰ ਉਹਦੇ ਵਿੱਚ ਫੜ ਲੈਂਦਾ। ਕਹਿਣ ਲੱਗੇ ਵੀ ਇਹ ਧਾਰਮਿਕ ਗ੍ਰੰਥ ਵੀ ਭਾਈ ਜਾਲ ਹੀ ਹੈ। ਵਿਦਵਾਨਾਂ ਨੇ ਲਿਖਿਆ ਵੀ ਜਿਹੜਾ ਵੇਦ ਹੈ ਨਾ ਗੁਰਮੁਖੋ, ਇਹਦੀ 1.25 ਲੱਖ ਸੁਰਤੀ ਹੈ, 1.25 ਲੱਖ ਇਹਦਾ ਸ਼ਲੋਕ ਹੈ। ਉਹ ਜਿਹੜਾ ਇੰਨੇ ਸ਼ਲੋਕ ਨੇ, ਉਹਨਾਂ 1.25 ਲੱਖ ਸ਼ਲੋਕਾਂ ਦੇ ਵਿੱਚੋਂ 80,000 ਜਿਹੜੇ ਸ਼ਲੋਕ ਨੇ ਨਾ, ਉਹ ਕਰਮਕਾਂਡ ਦਾ ਵਰਣਨ ਕਰਦੇ ਨੇ। ਨਹਾ ਕੇ ਚੜ੍ਹਦੇ ਨੂੰ ਮੂੰਹ ਕਰੇਗਾ ਤੇ ਇਹ ਫਲ ਮਿਲੇਗਾ, ਲਹਿੰਦੇ ਨੂੰ ਕਰੇਗਾ ਤੇ ਇਹ ਫਲ ਮਿਲੇਗਾ, ਸੱਜਾ ਪੈਰ ਅੱਗੇ ਰੱਖੇਗਾ ਤੇ ਇਹ ਫਲ ਮਿਲੇਗਾ, ਲੱਕੜਾਂ ਧੋ ਕੇ ਬਾਲੇਗਾ ਤੇ ਇਸ ਤਰ੍ਹਾਂ ਹੋਵੇਗਾ, ਸੂਰਜ ਨੂੰ ਪਾਣੀ ਦੇਵੇਗਾ ਤੇ ਇਹ ਹੋਵੇਗਾ, ਚੰਦਰਮਾ ਨੂੰ ਰਾਤ ਨੂੰ ਵੇਖੇਗਾ ਤੇ ਇਹ ਹੋਵੇਗਾ। 80,000 ਸ਼ਲੋਕ ਬਸ ਇਹੋ ਕੁਝ ਹੀ ਦੱਸਦਾ ਕਿਹੜੇ ਕਰਮ ਦਾ ਕੀ ਫਲ ਹੈ। ਤੇ ਜਦੋਂ ਬੰਦਾ ਉਹਨਾਂ ਗ੍ਰੰਥਾਂ ਨੂੰ ਪੜ੍ਹਨ ਲੱਗ ਪੈਂਦਾ, ਹੁਣ 80,000 ਸ਼ਲੋਕ ਨਿੱਕਾ ਤੇ ਹੈ ਨਹੀਂ ਵੀ ਇੱਕ ਦਿਨ ਪੜ੍ਹਿਆ ਤੇ ਗੱਲ ਨਿਬੜ ਗਈ ਹੈ। 80,000 ਸ਼ਲੋਕ ਨੂੰ ਪੜ੍ਹਦਿਆਂ ਤੇ ਫਿਰ ਬੰਦਾ ਉਹ ਕੰਮ ਕਰਦਾ ਵੀ ਹੈ। ਜਿਹੜੀ ਆਪਾਂ ਗੱਲ ਪੜ੍ਹਦੇ ਆ ਨਾ, ਬੰਦਾ ਉੱਤੇ ਚੱਲਦਾ ਵੀ ਹੈ, ਭਾਈ ਮੈਂ ਵੀ ਆ ਵੀ ਕਰਾਂ। 80,000 ਸ਼ਲੋਕ ਪੜ੍ਹਦਿਆਂ, ਉਹਨਾਂ ਸ਼ਲੋਕਾਂ ਦੇ ਉੱਪਰ ਚੱਲਦਿਆਂ ਸਾਰੀ ਉਮਰਾਂ ਲੰਘ ਜਾਂਦੀ। ਬੁੱਢਾ ਹੋ ਗਿਆ। ਨੈਣੋ ਨੀਰ ਬਹਿ ਤਨ ਕੀਨਾ ਭੈ, ਕੇਸ ਦੁੱਧਵਾਨੀ ਰੂਧਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਪ੍ਰਾਨੀ। ਵੇਦਾਂ ਤੇ ਅਖੀਰ ਤੇ ਜਾ ਕੇ ਲਿਖਿਆ ਵੀ ਨਾਮ ਜਪ ਕੇ ਮੁਕਤ ਹੋਈਦਾ, ਪਰ ਅਖੀਰ ਤੱਕ ਤੇ ਪਹੁੰਚਿਆ ਹੀ ਨਹੀਂ। ਪਹਿਲੇ ਵਰਕੇ ਹੀ ਥਲਦਾ ਰਿਹਾ ਵੀ ਆਹ ਕਰਮ ਕਰਾਂਗਾ ਤੇ ਆਹ ਫਲ ਮਿਲੇਗਾ। ਉਹ ਕਰਮ ਕਾਂਡ ਕਰਦਿਆਂ ਸਾਰੀ ਉਮਰਾਂ ਲੰਘ ਗਈ। ਜਿੰਨੇ ਚਿਰ ਨੂੰ ਪਿੱਛੇ ਪਹੁੰਚਣਾ ਸੀ ਨਾ, ਜਾ ਕੇ ਜਿੱਥੇ ਇਹ ਲਿਖਿਆ ਸੀ ਵੀ ਨਾਮ ਜਪੇਗਾ ਤੇ ਮੁਕਤੀ ਹੋਣੀ ਹੈ, ਉੱਥੋਂ ਤੱਕ ਪਹੁੰਚਣ ਤੋਂ ਪਹਿਲਾਂ ਸਰੀਰ ਦੀ ਉਮਰਾਂ ਸਮਾਪਤ ਹੋ ਗਈ ਤੇ ਫਸ ਗਿਆ ਜਾਲ ਦੇ ਵਿੱਚ, ਕਰਮਕਾਂਡ ਦੇ ਜਾਲ ਦੇ ਵਿੱਚ ਫਸ ਗਿਆ। ਇਹੋ ਜਿਹਾ ਫਸਿਆ, ਨਿਕਲਿਆ ਨਹੀਂ, ਜਨਮਾਂ ਵਿੱਚ ਪੈ ਗਿਆ। ਮਹਾਰਾਜ ਕਹਿਣ ਲੱਗੇ ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਇਹ ਜਿਹੜੀਆਂ ਵੇਦਾਂ ਨੇ, ਕਤੇਬਾਂ ਨੇ, ਧਾਰਮਿਕ ਗ੍ਰੰਥ ਨੇ, ਜਾਲ ਵਰਗੇ ਨੇ। ਜਿਵੇਂ ਜਾਲ ਵਿੱਚ ਮੱਛੀ ਫਸ ਜਾਵੇ, ਕਬੂਤਰ ਫਸ ਜਾਵੇ ਤੇ ਨਿਕਲ ਨਹੀਂ ਸਕਦਾ। ਬੰਦਿਆ ਜੇ ਕਰਮ ਕਾਂਡ ਵਿੱਚ ਤੂੰ ਫਸ ਗਿਆ ਤੇ ਨਿਕਲਿਆ ਤੇਰੇ ਕੋਲੋਂ ਵੀ ਨਹੀਂ ਜਾਣਾ ਹੈ। ਉਹ ਕਰਮ ਕਾਂਡ ਤੈਨੂੰ ਛੱਡੇਗਾ ਨਹੀਂ। ਤੇਰੇ ਮਨ ਵਿੱਚ ਸੰਸਾ ਤੇ ਸ਼ੰਕਾ ਪੈਦਾ ਹੋਵੇਗਾ। ਇੱਕ ਬ੍ਰਾਹਮਣ ਆ ਗਿਆ ਨਾ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ, ਕਹਿਣ ਲੱਗਾ ਜੀ ਭੁੱਖ ਲੱਗੀ ਹੈ। ਤੇ ਸਤਿਗੁਰੂ ਕਹਿਣ ਲੱਗੇ ਵੀ ਲੰਗਰ ਛਕੋ। ਜਦੋਂ ਲੰਗਰ ਵਿੱਚ ਗਿਆ ਤਾਂ ਉਹਨੇ ਵੇਖਿਆ ਵੀ ਇੱਥੇ ਤੇ ਕਈ ਜਾਤਾਂ ਦੇ ਲੋਕ ਬੈਠੇ, ਸਾਰੇ ਇਕੱਠੇ ਹੀ ਖਾਈ ਪੀ ਜਾਂਦੇ। ਮੈਂ ਉੱਚਾ, ਮੇਰੀ ਕੁੱਲ ਉੱਚੀ, ਮੈਂ ਤੇ ਹੱਥੀਂ ਬਣਾ ਕੇ ਛਕਦਾ, ਕਿਉਂਕਿ ਉਹਨੇ ਗ੍ਰੰਥ ਪੜ੍ਹਿਆ ਤੇ ਗ੍ਰੰਥ ਦੇ ਵਿੱਚ ਇਹ ਕਰਮ ਲਿਖਿਆ। ਮੈਂ ਤੇ ਨਹੀਂ ਛਕਾਂਗਾ। ਸਤਿਗੁਰੂ ਕਹਿਣ ਲੱਗੇ ਨਹੀਂ ਛਕਣਾ ਤੇ ਰਸਤ ਲੈ ਜਾ ਭਾਈ, ਆਪੇ ਬਣਾ ਕੇ ਛਕ ਲਾ। ਕਹਿਣ ਲੱਗਾ ਵੀ ਇਹ ਠੀਕ ਹੈ। ਰਸਤ ਲੈ ਕੇ ਤੁਰਿਆ, ਗੋਇੰਦਵਾਲ ਤੋਂ ਥੋੜ੍ਹਾ ਜਿਹਾ ਦੂਰ ਗਿਆ ਤੇ ਦੁਪਹਿਰ ਹੋ ਗਈ ਤੇ ਭੁੱਖ ਲੱਗੀ ਹੈ। ਚੁੱਲ੍ਹਾ ਪੱਟਣ ਲੱਗ ਪਿਆ ਵੀ ਹੁਣ ਚੁੱਲ੍ਹਾ ਪੱਟਾਂ ਤੇ ਰੋਟੀ ਬਣਾ ਕੇ ਖਾਵਾਂ। ਜਦੋਂ ਚੁੱਲ੍ਹਾ ਪੱਟਿਆ ਤੇ ਥੱਲਿਓਂ ਟੁੱਟਾ ਛਿੱਤਰ ਨਿਕਲ ਆਇਆ। ਓਹੋ ਇਹ ਬੜਾ ਮਾੜਾ ਹੋਇਆ। ਮੈਂ ਬ੍ਰਾਹਮਣ ਤੇ ਉੱਚੀ ਕੁੱਲ ਵਾਲਾ, ਇਹ ਚਮੜੇ ਦੀ ਜੁੱਤੀ ਮੱਥੇ ਲੱਗ ਗਈ ਹੈ। ਛੇਤੀ ਨਾਲ ਉੱਥੇ ਮਿੱਟੀ ਪਾਈ, ਇੱਥੇ ਨਹੀਂ ਮੈਂ ਕੁਝ ਖਾਣਾ। ਥੋੜ੍ਹਾ ਜਿਹਾ ਅੱਗੇ ਹੋਰ ਗਿਆ, ਭੁੱਖ ਹੋਰ ਡਾਢੀ ਲੱਗ ਗਈ ਹੈ। ਹੁਣ ਉੱਥੋਂ ਜਦੋਂ ਟੋਇਆ ਪਟਿਆ ਚੁੱਲ੍ਹਾ ਬਣਾਉਣ ਵਾਸਤੇ, ਥੱਲਿਓਂ ਕੁੱਤੇ ਦਾ ਹੱਡ ਨਿਕਲ ਆਇਆ। ਬੜਾ ਦੁਖੀ ਹੋਇਆ, ਭੁੱਖ ਲੱਗੀ ਹੈ, ਚੁੱਲ੍ਹਾ ਬਣਾਉਂਦਾ, ਥੱਲਿਓਂ ਕੋਈ ਨਾ ਕੋਈ ਵਿਪਤਾ ਨਿਕਲ ਆਉਂਦੀ ਹੈ। 2-3 ਥਾਵਾਂ ਤੇ ਚੁੱਲ੍ਹੇ ਬਣਾਏ, ਕਦੇ ਕੋਈ ਜੁੱਤੀ ਨਿਕਲਦੀ ਹੈ, ਕਦੇ ਕੋਈ ਹੱਡ ਨਿਕਲ ਆਉਂਦਾ, ਕਦੇ ਕੋਈ ਮਰਿਆ ਜੀਵ ਮੱਥੇ ਲੱਗ ਜਾਂਦਾ। ਭੁੱਖ ਦੇ ਨਾਲ ਬ੍ਰਾਹਮਣ ਬੇਹਾਲ ਹੋ ਗਿਆ, ਦੁਖੀ ਹੋ ਗਿਆ। ਫਿਰ ਆਵਾਜ਼ ਆਈ, ਬ੍ਰਾਹਮਣ ਦੇਵਤਾ, ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਦੇ ਵਿੱਚ ਤੂੰ ਸ਼ੰਕਾ ਕੀਤਾ ਹੈ, ਤੂੰ ਭਰਮ ਕੀਤਾ ਹੈ। ਜਦੋਂ ਇਹ ਆਵਾਜ਼ ਸੁਣੀ ਤੇ ਫਿਰ ਵਾਪਸ ਮੁੜਿਆ, ਗੁਰੂ ਦੀ ਸ਼ਰਨ ਵਿੱਚ ਆ ਕੇ ਮਾਫੀ ਮੰਗੀ। ਕਹਿਣ ਤੋਂ ਭਾਵ ਇਹ ਹੈ ਕਿ ਵਿਅਕਤੀ ਕਰਮ ਕਾਂਡਾਂ ਵਿੱਚ ਇੰਨਾ ਫਸ ਜਾਂਦਾ ਵੀ ਜੇ ਕਿਤੇ ਗੁਰੂ ਦੇ ਘਰ ਵੀ ਚਲਾ ਜਾਵੇ ਨਾ, ਉੱਥੇ ਵੀ ਬੰਦਾ ਇਹ ਸੋਚਦਾ ਹੈ ਵੀ ਮੈਂ ਜੇ ਗੁਰਦੁਆਰੇ ਵੀ ਬੈਠਣਾ ਹੈ ਤੇ ਮੇਰਾ ਮੂੰਹ ਇਸ ਪਾਸੇ ਨੂੰ ਹੋਣਾ ਚਾਹੀਦਾ। ਮੈਨੂੰ ਫਲਾਣੇ ਪੰਡਤ ਨੇ ਦੱਸਿਆ ਸੀ ਵੀ ਤੂੰ ਬੈਠਣਾ ਚੜ੍ਹਦੇ ਨੂੰ ਮੂੰਹ ਕਰਕੇ ਹੈ, ਲਹਿੰਦੇ ਨੂੰ ਮੂੰਹ ਕਰਕੇ ਹੈ, ਦੱਖਣ ਨੂੰ ਮੂੰਹ ਕਰਕੇ ਹੈ, ਉੱਤਰ ਨੂੰ ਮੂੰਹ ਕਰਕੇ ਹੈ। ਗੁਰੂ ਦੇ ਕੋਲ ਆ ਕੇ ਵੀ ਉਹ ਛੱਡਦਾ ਨਹੀਂ ਕਰਮ ਆਪਣਾ, ਉਸੇ ਤਰ੍ਹਾਂ ਹੀ ਕਰਦਾ।
ਪੰਡਤ ਨੇ ਦੱਸਿਆ ਸੱਜਾ ਪੈਰ ਅੱਗੇ ਰੱਖੀ ਤੇ ਚਰਨ ਗੰਗਾ ਦੇ ਵਿੱਚ ਜਿੱਥੇ ਪੈਰ ਧੋਈਦਾ ਨਾ ਉੱਥੇ ਸੱਜਾ ਹੀ ਰੱਖੇਗਾ, ਖੱਬਾ ਕਦੇ ਨਹੀਂ ਰੱਖਣ ਦੇਵੇਗਾ। ਮਹਾਰਾਜ ਕਹਿਣ ਲੱਗੇ ਕਰਮਕਾਂਡ ਇੰਨੇ ਪ੍ਰਭਾਵੀ ਹੋ ਜਾਂਦੇ ਕਿ ਬੰਦਾ ਧਾਰਮਿਕ ਸਥਾਨ ਤੇ ਵੀ ਆਪਣਾ ਕਰਮ ਛੱਡਦਾ ਨਹੀਂ। ਇਹ ਜਿਹੜੇ ਕਰਮ ਨੇ ਇਹ ਜਾਲ ਵਾਂਗ ਨੇ, ਜਿਵੇਂ ਜਾਲ ਵਿੱਚ ਕੋਈ ਚੀਜ਼ ਫਸ ਜਾਂਦੀ ਹੈ ਨਿਕਲ ਨਹੀਂ ਸਕਦੀ, ਜਾਲ ਵਿੱਚ ਤੂੰ ਫਸ ਗਿਆ, ਨਿਕਲਿਆ ਤੇਰੇ ਤੋਂ ਵੀ ਨਹੀਂ ਜਾਣਾ ਹੈ। ਇਹ ਕਬੀਰ ਸਾਹਿਬ ਦਾ ਸ਼ਬਦ ਹੈ। ਸਾਨੂੰ ਇਸ ਪੰਕਤੀ ਦੇ 3 ਅਰਥ ਕਬੀਰ ਸਾਹਿਬ ਜੀਆਂ ਨੇ ਵੱਖਰੇ ਵੱਖਰੇ ਬਖਸ਼ਿਸ਼ ਕੀਤੇ। ਤਿੰਨਾਂ ਅਰਥਾਂ ਵਿੱਚੋਂ ਕੋਈ ਇੱਕ ਵੀ ਸਮਝ ਆ ਗਿਆ ਤੇ ਸਾਡਾ ਭਲਾ ਹੋ ਜਾਏਗਾ, ਅਸੀਂ ਮੁਕਤ ਹੋ ਜਾਵਾਂਗੇ। ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਇਹ ਮਨ ਦੇ ਸੰਸੇ ਦੂਰ ਨਹੀਂ ਕਰਦੇ ਹਨ। ਟੁਕਦਮ ਕਰਾਰੀ ਜੋਰ ਕਰੋ ਹਾਜ਼ਰ ਹਜੂਰ ਖੁਦਾਏ। ਪਾਤਸ਼ਾਹ ਕਹਿਣ ਲੱਗੇ ਟੁਕ ਤੋਂ ਭਾਵ ਹੈ ਥੋੜਾ ਤੇ ਦਮ ਤੋਂ ਭਾਵ ਹੈ ਥੋੜਾ ਮਾਤਰ। ਜੇ ਥੋੜਾ ਜਿੰਨਾ ਵੀ, ਕਰਾਰੀ ਤੋਂ ਭਾਵ ਹੈ ਭਰੋਸਾ ਕਰੇ। ਬਹੁਤੇ ਭਰੋਸੇ ਦੀ ਗੱਲ ਨਹੀਂ ਹੈ, ਤੂੰ ਥੋੜਾ ਜਿਹਾ ਵੀ ਜੇ ਕਿਤੇ ਭਰੋਸਾ ਕਰ ਲਵੇਂ ਨਾ ਰੱਬ ਦੇ ਉੱਤੇ, ਤੇ ਹਾਜ਼ਰ ਹਜ਼ੂਰ ਖੁਦਾਏ, ਉਹ ਖੁਦਾ ਤੇਰੇ ਸਾਹਮਣੇ ਹੈ, ਤੇਰੇ ਤੋਂ ਦੂਰ ਕੋਈ ਨਹੀਂ ਹੈ ਉਹ ਤੇਰੇ ਬਿਲਕੁਲ ਨੇੜੇ। ਪਰ ਨੇੜੇ ਤਾਂ ਦਿਸੇਗਾ ਤੈਨੂੰ ਤਾਂ ਜੇ ਤੂੰ ਉਹਦੇ ਤੇ ਭਰੋਸਾ ਕਰੇ। ਤੇ ਭਰੋਸਾ ਤੇ ਹੈ ਹੀ ਕੋਈ ਨਹੀਂ ਤੇ ਦਿਸੇ ਕਿਵੇਂ? ਕੋਈ ਬੰਦਾ ਚਲੇ ਗਿਆ ਨਾ ਧਾਰਮਿਕ ਸਥਾਨ ਤੇ, ਕਹਿਣ ਲੱਗਾ ਵੀ ਮੀਂਹ ਨਹੀਂ ਪੈਂਦਾ ਤੇ ਮੈਂ ਖੁਦਾ ਅੱਗੇ ਪ੍ਰਾਰਥਨਾ ਕਰਨ ਆਇਆ, ਰੱਬ ਅੱਗੇ। ਤੇ ਪ੍ਰਾਰਥਨਾ ਕਰਨ ਵਾਲਾ ਕਹਿਣ ਲੱਗਾ ਵੀ ਛਤਰੀ ਨਾਲ ਲੈ ਕੇ ਆਇਆ। ਕਹਿਣ ਲੱਗਾ ਛਤਰੀ ਦਾ ਕੀ ਕਰਨਾ, ਕੀ ਪਤਾ ਮੀਂਹ ਪੈਣਾ ਕਿ ਨਹੀਂ ਪੈਣਾ। ਕਹਿਣ ਲੱਗਾ ਜਦੋਂ ਤੈਨੂੰ ਇਹ ਹੀ ਨਹੀਂ ਭਰੋਸਾ ਵੀ ਪੈਣਾ ਹੀ ਨਹੀਂ ਹੈ, ਫਿਰ ਲੈਣ ਕੀ ਆਇਆ, ਮੁੜ ਜਾ ਇੱਥੋਂ ਪਿੱਛੇ। ਜੇ ਤੈਨੂੰ ਭਰੋਸਾ ਹੁੰਦਾ ਤੂੰ ਨਾਲ ਪ੍ਰਬੰਧ ਕਰਕੇ ਆਉਂਦਾ ਵੀ ਮੈਂ ਚੱਲਿਆ, ਮੇਰੀ ਅਰਦਾਸ ਪੂਰੀ ਹੋਣੀ ਹੈ, ਕੰਮ ਹੋ ਹੀ ਜਾਣਾ ਹੈ। ਸਤਿਗੁਰੂ ਕਹਿਣ ਲੱਗੇ ਟੁਕਦਮ ਕਰਾਰੀ ਜੋ ਕਰੋ, ਥੋੜਾ ਜਿੰਨਾ ਵੀ ਜੇ ਤੂੰ ਕਿਤੇ ਭਰੋਸਾ ਕਰ ਲਵੇਂ। ਹਾਜ਼ਰ ਹਜ਼ੂਰ ਖੁਦਾਏ, ਖੁਦਾ ਤੇਰੇ ਹਾਜ਼ਰ ਨਾਜ਼ਰ ਹੈ, ਤੇਰੇ ਸਾਹਮਣੇ ਹੀ ਹੈ, ਦੂਰ ਤੇਰੇ ਤੋਂ ਹੈ ਹੀ ਕੋਈ ਨਹੀਂ। ਕਾਮ ਕ੍ਰੋਧ ਲੋਭ ਮੋਹ ਨਿਵਾਰੇ, ਨਿਵਰੇ ਸਗਲ ਬਹਿਰਾਈ। ਸਾਧ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤਹਿ ਨਾ ਭਇਓ ਦੁਰਾਈ। ਉਹ ਸਦਾ ਹੀ ਤੇਰੇ ਦੂਰ, ਸਦਾ ਅੰਗ ਸੰਗੇ, ਭੰਗ ਅੰਗ ਬਪੂਤੇ ਹੈ ਉਹ ਪਰਮਾਤਮਾ। ਬੰਦੇ ਖੋਜ ਦਿਲ ਹਰ ਰੋਜ਼, ਐ ਬੰਦੇ ਆਪਣੇ ਦਿਲ ਦੇ ਵਿੱਚ ਹਰ ਰੋਜ਼ ਪਰਮਾਤਮਾ ਨੂੰ ਲੱਭ। ਇਹ ਨਹੀਂ ਵੀ ਅੱਜ ਨਿਤਨੇਮ ਕਰ ਲਿਆ ਤੇ ਚਲੋ ਹੁਣ ਅਗਲੇ ਮਹੀਨੇ ਕਰਾਂਗੇ, ਨਹੀਂ। ਆਪਣੇ ਦਿਲ ਦੇ ਵਿੱਚ ਰੋਜ਼ ਉਹਦੀ ਸੋਚ ਰੱਖਿਆ ਕਰ, ਉਹਦੀ ਵਿਚਾਰ ਰੱਖਿਆ ਕਰ, ਰੋਜ਼ ਆਪਣੇ ਮਨ ਵਿੱਚੋਂ ਲੱਭਿਆ ਕਰ ਅੱਜ ਮੈਂ ਕਿੰਨੇ ਗੁਨਾਹ ਕੀਤੇ ਨੇ, ਅੱਜ ਮੈਂ ਕਿੰਨੇ ਪਾਪ ਕੀਤੇ, ਅੱਜ ਮੈਂ ਕਿੰਨੇ ਮਾੜੇ ਕਰਮ ਕੀਤੇ। ਰੋਜ਼ ਦੀ ਰੋਜ਼ ਬੈਠ ਕੇ ਉਹਨਾਂ ਕਰਮਾਂ ਦੀ ਵਿਚਾਰ ਕਰ। ਇੱਕ ਇੱਕ ਕਰਕੇ ਪਾਪ ਕਰਮ ਛੱਡੇਗਾ, ਇੱਕ ਦਿਨ ਸਮਾਂ ਆਵੇਗਾ ਸਾਰੇ ਹੀ ਛੱਡੇ ਜਾਣਗੇ। 2 ਚੌਧਰੀ ਆਏ ਨਾ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ, ਮਹਾਰਾਜ ਝੂਠ ਬੋਲਣ ਦੀ ਬੜੀ ਮਾੜੀ ਆਦਤ ਹੈ, ਕਿਵੇਂ ਛੁੱਟੇ? ਤੇ ਸਤਿਗੁਰੂ ਕਹਿਣ ਲੱਗੇ ਵੀ ਕਾਪੀ ਪੈਨ ਕੋਲ ਰੱਖੋ, ਕਾਪੀ ਕਲਮ। ਜਦੋਂ ਝੂਠ ਬੋਲੋ ਨਾਲ ਹੀ ਲਿਖ ਲਓ ਵੀ ਆ ਮੈਂ ਬੋਲਿਆ ਹੈ, ਬੋਲ ਦਿਓ ਪਰ ਲਿਖ ਜ਼ਰੂਰ ਲਓ। ਮਹਾਰਾਜ ਫਿਰ ਸਤਿਗੁਰੂ ਕਹਿੰਦੇ ਜਦੋਂ ਮਹੀਨਾ ਪੂਰਾ ਹੋ ਜਾਵੇ ਨਾ ਸਾਰਾ ਪਿੰਡ ਇਕੱਠਾ ਕਰ ਲਿਓ ਤੇ ਪਿੰਡ ਦੇ ਸਾਹਮਣੇ ਖੜ ਕੇ ਪੜ੍ਹ ਦਿਓ। ਚਲੇ ਗਏ, ਮਹੀਨਾ ਪੂਰਾ ਹੋ ਗਿਆ। ਜਦੋਂ ਪੜ੍ਹਨ ਲੱਗੇ ਤੇ ਸ਼ਰਮ ਆਵੇ ਵੀ ਹੁਣ ਲੋਕਾਂ ਨੂੰ ਕੀ ਸੁਣਾਈਏ ਵੀ ਮੈਂ ਆ ਝੂਠ ਬੋਲੇ ਸਾਰਾ ਮਹੀਨਾ। ਬੋਲੇ ਹੀ ਨਹੀਂ ਗਏ, ਸੁਣਾਏ ਹੀ ਨਹੀਂ ਗਏ। ਇੰਨੀ ਸ਼ਰਮ ਆਈ ਵੀ ਹੌਲੀ ਹੌਲੀ ਉਹ ਝੂਠ ਛੁੱਟ ਗਏ, ਦੂਰ ਹੋ ਗਏ। ਮਹਾਰਾਜ ਕਹਿਣ ਲੱਗੇ ਬੰਦਿਆ ਆਪਣੇ ਦਿਲ ਵਿੱਚ ਰੋਜ਼ ਲੱਭਿਆ ਕਰ ਵੀ ਅੱਜ ਮੈਂ ਕਿੰਨੇ ਗੁਨਾਹ ਕੀਤੇ, ਕਿੰਨੇ ਪਾਪ ਕੀਤੇ, ਕਿੰਨੇ ਮਨ ਦੁਖਾਏ। ਜਦੋਂ ਰੋਜ਼ ਤੂੰ ਇਸ ਗੱਲ ਦੀ ਵਿਚਾਰ ਕਰੇਂਗਾ, ਅੱਜ 1 ਔਗਣ ਛੁੱਟਿਆ, 2 ਛੁੱਟੇ, ਹੌਲੀ ਹੌਲੀ ਸਾਰੇ ਹੀ ਛੁੱਟ ਜਾਣਗੇ। ਤੇ ਪਾਤਸ਼ਾਹ ਕਹਿਣ ਲੱਗੇ ਜਦੋਂ ਸਾਰੇ ਔਗਣ ਛੁੱਟ ਜਾਂਦੇ ਹਨ ਨਾ ਫਿਰ ਪਰੇਸ਼ਾਨੀ ਮਾਹੇ, ਤੈਨੂੰ ਸ਼ਰਮਿੰਦਗੀ ਨਹੀਂ ਹੋਵੇਗੀ। ਹੁਣ ਆਪਾਂ ਕੋਈ ਮਾੜਾ ਕੰਮ ਕਰੀਏ ਤੇ ਆਪਾਂ ਨੂੰ ਸ਼ਰਮ ਆਉਂਦੀ ਹੈ ਨਾ, ਬੰਦੇ ਦੇ ਮੱਥੇ ਲੱਗਦੇ ਆ ਵੀ ਯਾਰ ਫਲਾਣਾ ਕੀ ਆਖੇਗਾ। ਮਹਾਰਾਜ ਕਹਿਣ ਲੱਗੇ ਜਦੋਂ ਪਾਪ ਕਰਮ ਕਰਦਾ ਨਾ ਤੈਨੂੰ ਧਰਮਰਾਜ ਦੇ ਸਾਹਮਣੇ ਜਾਂਦਿਆਂ ਸ਼ਰਮ ਆਵੇਗੀ। ਧਰਮਰਾਜ ਜਬ ਲੇਖਾ ਮੰਗੈ ਤਬ ਕਿਆ ਮੁਖ ਲੈ ਕੇ ਜਾਏਗਾ। ਸ਼ਰਮ ਆਉਂਦੀ ਤਾਂ ਹੀ ਆਪਾਂ ਡਰਦੇ ਨਾ। ਪਰ ਮਹਾਰਾਜ ਕਹਿਣ ਲੱਗੇ ਜੇ ਆਪਣੇ ਦਿਲ ਵਿੱਚ ਰੋਜ਼ ਲੱਭੇਗਾ ਨਾ, ਔਗਣ ਛੱਡੇਗਾ, ਗੁਣ ਧਾਰਨ ਕਰੇਗਾ ਨਾ, ਫਿਰ ਪਰੇਸ਼ਾਨੀ ਮਾਹੇ, ਫਿਰ ਤੈਨੂੰ ਸ਼ਰਮਿੰਦਗੀ ਨਹੀਂ ਹੋਵੇਗੀ।
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਜਾ ਕੇ ਜਦੋਂ ਖੜੇਗਾ ਨਾ ਆਪਣਾ ਹਿਸਾਬ ਦੇਣ ਵਾਸਤੇ, ਤੇਰੀਆਂ ਸ਼ਰਮ ਨਾਲ ਅੱਖਾਂ ਨੀਵੀਆਂ ਨਹੀਂ ਹੋਣਗੀਆਂ। ਉੱਥੇ ਚੜ੍ਹਦੀ ਕਲਾ ਵਿੱਚ ਜਾ ਕੇ ਖਲੋਵੇਂਗਾ, ਕਿਉਂਕਿ ਤੈਨੂੰ ਸ਼ਰਮਿੰਦਗੀ ਵਾਲਾ ਕੰਮ ਕੋਈ ਤੇਰੇ ਕੋਲ ਹੋਇਆ ਹੀ ਨਹੀਂ ਹੈ। ਪਰ ਉਹ ਤਾਂ ਨਹੀਂ ਹੋਇਆ ਤੂੰ ਕਿਉਂਕਿ ਤੂੰ ਆਪਣੇ ਮਨ ਵਿੱਚ ਰੋਜ਼ ਲੱਭਦਾ ਰਿਹਾ ਵੀ ਰੱਬ ਕਿਵੇਂ ਲੱਭੇ। ਜਦੋਂ ਰੋਜ਼ ਲੱਭਣ ਦਾ ਯਤਨ ਕਰੇਗਾ, ਇੱਕ ਦਿਨ ਉਹ ਸਮਾਂ ਆਵੇਗਾ, ਤੈਨੂੰ ਲੱਭ ਹੀ ਜਾਏਗਾ, ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਜੋ ਦੁਨੀਆ ਸ਼ਹਿਰ ਮੇਲਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੀ ਦੁਨੀਆ ਹੈ ਨਾ ਭਾਈ, ਇਹ ਬਾਜੀਗਰ ਦਾ ਮੇਲਾ ਹੈ। ਜਿਵੇਂ ਬਾਜੀਗਰ ਆਉਂਦਾ ਨਾ ਬਾਜੀ ਪਾਉਣ ਵਾਸਤੇ, ਇਹ ਜੋ ਦੁਨੀਆ ਹੈ ਨਾ ਸੰਸਾਰ, ਇਹ ਬਾਜੀਗਰ ਦੀ ਬਾਜੀ ਹੈ। ਮਹਾਰਾਜ ਫਰਮਾਉਂਦੇ ਹਨ, ਦਸਤਗੀਰੀ ਨਾਹੇ। ਇਹ ਜੋ ਦੁਨੀਆ ਸਿਹਰ ਮੇਲਾ, ਇਹ ਜਿਹੜੀ ਦੁਨੀਆ ਹੈ ਨਾ ਭਾਈ, ਇਹ ਜਾਦੂਗਰ ਦਾ ਇੱਕ ਖੇਡ ਹੈ। ਜਾਦੂਗਰ ਆਉਂਦੇ ਨਾ, ਜਾਦੂ ਵਿਖਾਉਂਦੇ। ਉਹ ਜਾਦੂ ਵਿਖਾਉਣ ਵਾਲਾ ਵਿਖਾਉਂਦਾ ਬਹੁਤ ਕੁਝ ਹੈ, ਪਰ ਜੋ ਕੁਝ ਵਿਖਾਉਂਦਾ ਹੈ ਨਾ ਸਾਨੂੰ, ਅਸੀਂ ਹੱਥ ਵਿੱਚ ਉਹ ਚੀਜ਼ਾਂ ਫੜ ਨਹੀਂ ਸਕਦੇ। ਮੰਨ ਲਓ ਸਾਡੇ ਹੱਥ ਵਿੱਚ ਉਹਨੇ ਡੰਡਾ ਫੜਾਇਆ ਨਾ, ਸਾਨੂੰ ਲੱਗਦਾ ਵੀ ਅਸੀਂ ਡੰਡਾ ਫੜਿਆ, ਉਹਨੇ ਜਾਦੂ ਮਾਰਿਆ, ਉਹ ਡੰਡੇ ਦਾ ਉਹਨੇ ਸੱਪ ਬਣਾ ਦਿੱਤਾ, ਡੰਡੇ ਦਾ ਫੁੱਲ ਬਣਾ ਦਿੱਤਾ, ਹੋਰ ਤੋਂ ਕੁਝ ਹੋਰ ਹੀ ਬਣਾ ਦਿੱਤਾ। ਜਾਦੂਗਰ ਦੀ ਮਾਇਆ ਹੱਥ ਵਿੱਚ ਫੜੀ ਨਹੀਂ ਜਾਂਦੀ ਹੈ। ਫੜਾਉਂਦਾ ਸਾਨੂੰ ਕੁਝ ਪਿਆ ਹੈ, ਪਰ ਹੱਥ ਵਿੱਚੋਂ ਕੱਢਦਾ ਕੁਝ ਪਿਆ ਹੈ। ਅਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਵੀ ਜਾਦੂਗਰ ਨੇ ਡੰਡਾ ਫੜਾਇਆ ਤੇ ਮੈਂ ਡੰਡਾ ਹੀ ਫੜ ਕੇ ਰੱਖਣਾ, ਇਹਦੇ ਵਿੱਚ ਮੈਂ ਹੋਰ ਕੁਝ ਨਹੀਂ ਹੋਣ ਦੇਣਾ, ਸਾਡਾ ਵੱਸ ਕੋਈ ਨਹੀਂ ਚੱਲਦਾ। ਉਹ ਮੰਤਰ ਪੜ੍ਹਦਾ, ਡੰਡੇ ਤੋਂ ਫੁੱਲ ਬਣਾ ਦਿੰਦਾ, ਡੰਡੇ ਤੋਂ ਸੱਪ ਬਣਾ ਦਿੰਦਾ, ਕਈ ਕੁਝ ਬਣਾ ਕੇ ਰੱਖ ਦਿੰਦਾ। ਮਹਾਰਾਜ ਕਹਿਣ ਲੱਗੇ ਜਿਵੇਂ ਇਹ ਸੰਸਾਰ ਜਾਦੂਗਰ ਦੀ ਖੇਡ ਵਰਗਾ ਹੈ, ਤੇ ਪਾਤਸ਼ਾਹ ਕਹਿਣ ਲੱਗੇ ਦਸਤਗੀਰੀ ਨਾ ਹੈ। ਇਸੇ ਤਰ੍ਹਾਂ ਇਹ ਜਿਹੜੇ ਪਦਾਰਥ ਨੇ ਨਾ ਗੁਰਮੁਖਾ, ਇਹ ਵੀ ਤੇਰੇ ਹੱਥ ਵਿੱਚ ਫੜੇ ਰਹਿਣ ਵਾਲੇ ਨਹੀਂ। ਜਿਵੇਂ ਜਾਦੂਗਰ ਦੀ ਮਾਇਆ ਅਸੀਂ ਹੱਥ ਵਿੱਚ ਨਹੀਂ ਫੜ ਸਕਦੇ, ਸਾਡੇ ਹੱਥ ਵਿੱਚ ਕੁਝ ਹੋਰ ਹੈ, ਉਹਨੇ ਬਣਾ ਕੁਝ ਹੋਰ ਹੀ ਦਿੱਤਾ ਹੈ, ਤੇ ਸਾਨੂੰ ਉਹ ਛੱਡਣਾ ਪੈਂਦਾ। ਫਿਰ ਮਹਾਰਾਜ ਕਹਿਣ ਲੱਗੇ ਇਸੇ ਤਰ੍ਹਾਂ ਦੁਨੀਆ ਦੇ ਪਦਾਰਥ ਤੂੰ ਯਤਨ ਕਰਦਾ ਮੈਂ ਫੜ ਕੇ ਪੱਕੇ ਆਪਣੇ ਕੋਲ ਹੀ ਰੱਖ ਲਵਾਂ, ਪਰ ਤੂੰ ਰੱਖ ਨਹੀਂ ਸਕਦਾ। ਇਹ ਆਪਣੇ ਆਪ ਹੱਥੋਂ ਨਿਕਲ ਜਾਂਦੇ, ਛੁੱਟ ਜਾਂਦੇ। ਕਿਹਦਾ ਜੀ ਕਰਦਾ ਵੀ ਮੇਰੇ ਕੋਲੋਂ ਆ ਵਸਤੂ ਜਾਵੇ? ਕੋਈ ਵੀ ਵਿਅਕਤੀ ਹੈ, ਕੋਈ ਵੀ ਕੰਮ ਕਰਦਾ, ਭਾਵੇਂ ਕੋਈ ਬਿਜ਼ਨਸ ਕਰਦਾ, ਕੋਈ ਵਪਾਰ ਕਰਦਾ, ਕੋਈ ਨੌਕਰੀ ਕਰਦਾ, ਕੋਈ ਦਿਹਾੜੀ ਕਰਦਾ, ਕੋਈ ਦੇਸ਼ ਜਾਂਦਾ, ਕੋਈ ਵਿਦੇਸ਼ ਜਾਂਦਾ, ਪਰ ਜੀ ਤੇ ਕਿਸੇ ਦਾ ਨਹੀਂ ਨਾ ਕਰਦਾ ਵੀ ਆਹ ਕੰਮ ਮੇਰਾ ਛੁੱਟ ਜਾਵੇ, ਪਰ ਛੁੱਟ ਜਾਂਦਾ। ਫਿਰ ਵੀ ਹੱਥ ਝਾੜ ਕੇ ਬਹਿ ਜਾਈਦਾ, ਘਾਟੇ ਨੂੰ ਵੀ ਚਲੇ ਜਾਈਦਾ, ਜੀ ਤੇ ਨਹੀਂ ਕਿਸੇ ਦਾ ਕਰਦਾ। ਪਰ ਮਹਾਰਾਜ ਕਹਿਣ ਲੱਗੇ ਪਦਾਰਥ ਹੱਥ ਵਿੱਚ ਰਹਿੰਦੇ ਨਹੀਂ। ਜਿਵੇਂ ਰੇਤ ਦੀ ਮੁੱਠੀ ਭਰੀ ਹੈ ਤੇ ਹੱਥ ਵਿੱਚੋਂ ਰੇਤ ਖਿਸਕ ਜਾਂਦੀ ਤੇ ਮੁੱਠੀ ਖਾਲੀ ਰਹਿ ਜਾਂਦੀ ਹੈ, ਇਸੇ ਤਰ੍ਹਾਂ ਇਹ ਪਦਾਰਥ ਜਿੰਨੇ ਮਰਜ਼ੀ ਆਪਣੇ ਮੁੱਠ ਦੇ ਵਿੱਚ ਘੁੱਟ ਲਾ, ਸਮਾਂ ਆਉਣ ਤੇ ਇਹਨਾਂ ਨੇ ਤੇਰੇ ਹੱਥੋਂ ਛੁੱਟ ਜਾਣਾ, ਨਿਕਲ ਜਾਣਾ ਹੈ। ਇੱਥੇ ਤੇ ਵੱਡੇ ਵੱਡੇ ਰਾਜੇ ਲੋਕਾਂ ਨੇ ਭੀਖ ਮੰਗਦੇ ਵੇਖੇ, ਤਰਸਦੇ ਵੇਖੇ। ਰਾਜਿਆਂ ਦੇ ਰਾਜ ਨਹੀਂ ਉਹਨਾਂ ਦੇ ਹੱਥਾਂ ਵਿੱਚ ਰਹਿ, ਤੂੰ ਦੋ ਚਾਰ ਘਰ ਦੇ ਪਦਾਰਥ ਨੂੰ ਆਪਣੇ ਕੋਲ ਰੱਖਣਾ ਚਾਹਣਾ, ਇਹ ਰਹਿੰਦੇ ਨਹੀਂ। ਮਹਾਰਾਜ ਕਹਿਣ ਲੱਗੇ ਇਹ ਜੋ ਦੁਨੀਆ ਸਿਹਰ ਮੇਲਾ, ਇਹ ਦੁਨੀਆ ਦਾ ਮੇਲਾ ਜਿਹੜਾ ਜਾਦੂਗਰੀ ਮੇਲਾ ਹੈ, ਦਸਤਗੀਰੀ ਨਾ ਹੈ, ਇਹ ਹਕੀਕਤ ਨਹੀਂ ਹੈ, ਅਸਲੀਅਤ ਨਹੀਂ ਹੈ। ਜਿਵੇਂ ਜਾਦੂਗਰ ਦੀ ਫੜਾਈ ਵਸਤੂ ਅਸੀਂ ਪੱਕੀ ਆਪਣੇ ਹੱਥ ਵਿੱਚ ਨਹੀਂ ਰੱਖ ਸਕਦੇ, ਇਸੇ ਤਰ੍ਹਾਂ ਜਾਦੂਗਰ ਪਰਮਾਤਮਾ ਉਹਦੇ ਬਣਾਏ ਹੋਏ ਪਦਾਰਥ ਆਪਣੇ ਹੱਥ ਵਿੱਚ ਰੱਖੇ ਨਹੀਂ ਜਾ ਸਕਦੇ। ਇਹ ਤੇ ਉਹਦੀ ਮਰਜ਼ੀ ਹੈ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਜਿਹਨੂੰ ਚਾਹਵੇ ਉਹ ਜੋ ਮਰਜ਼ੀ ਦੇ ਸਕਦਾ ਹੈ। ਸਵੇਰੇ ਪ੍ਰਸ਼ਾਦਾ ਮੰਨ ਲਓ ਵੀ ਲੂਣ ਦੇ ਨਾਲ ਖਾਧਾ, ਉਹ ਚਾਹਵੇ ਤੇ ਦੁਪਹਿਰ ਨੂੰ 4 ਸਬਜ਼ੀਆਂ ਵੀ ਅੱਗੇ ਆ ਸਕਦੀਆਂ, ਤੇ ਸ਼ਾਮ ਨੂੰ ਚਾਹਵੇ ਵੀ ਉਹ ਪ੍ਰਸ਼ਾਦਾ ਵੀ ਨਾ ਮਿਲੇ। ਮਹਾਰਾਜ ਕਹਿਣ ਲੱਗੇ ਵੀ ਇਹ ਕਬਹੂ ਪਾਟ ਸਪੇਦੀ ਸੁਆਵੈ, ਕਬਹੂ ਭੂਮ ਪਿਆਰ ਨਾ ਪਾਵੈ। ਕਦੇ ਸਮਾਂ ਆਉਂਦਾ ਤੇ ਬੰਦਾ ਆਖਦਾ ਵੀ ਚਿੱਟੀ ਚਾਦਰ ਮੇਰੇ ਮੰਜੇ ਤੇ ਵਿਛਾਓ ਤਾਂ ਮੈਂ ਸੋਵਾਂਗਾ, ਤੇ ਕਦੇ ਸਮਾਂ ਆਉਂਦਾ ਧਰਤੀ ਤੇ ਲੰਮੇ ਪੈਣ ਵਾਸਤੇ ਪਰਾਲੀ ਨਹੀਂ ਮਿਲਦੀ ਹੈ ਵੀ ਥੱਲੇ ਕਾਖੀ 4 ਵਿਛਾ ਲਵਾਂ। ਇਹ ਪ੍ਰਮਾਤਮਾ ਦੀ ਮੌਜ ਹੈ। ਚਾਹਵੇ ਤੇ ਉਹ ਚਿੱਟੀਆਂ ਚਾਦਰਾਂ ਦੇ ਉੱਪਰ ਬਿਰਾਜਮਾਨ ਕਰ ਦੇਵੇ, ਚਾਹਵੇ ਤੇ ਧਰਤੀ ਤੇ ਸੌਣ ਵਾਸਤੇ 4 ਕੱਖ ਵੀ ਨਾ ਮਿਲਣ। ਮਹਾਰਾਜ ਕਹਿਣ ਲੱਗੇ ਕਬਹੂ ਤੁਰੇ ਤਰੰਗ ਨਚਾਵੈ, ਕਬਹੂ ਭੂਮ ਕਬਹੂ ਪੈਰ ਪਣੀਓ ਨਾ ਪਾਵੈ। ਕਦੇ ਤੇ ਬਾਹਰ ਗੱਡੀਆਂ ਖਲੋਤੀਆਂ, ਘੋੜੇ ਖਲੋਤੇ, ਹਾਥੀ ਖਲੋਤੇ ਵੀ ਆ ਤੈਨੂੰ ਬਿਠਾ ਕੇ ਲੈ ਚੱਲੀਏ, ਘੋੜਿਆਂ ਦੇ ਉੱਪਰ ਨੱਚਦਾ ਜਾਂਦਾ ਹੈ। ਕਦੇ ਪੈਰਾਂ ਵਿੱਚ ਪਾਉਣ ਵਾਸਤੇ ਜੁੱਤੀ ਵੀ ਨਹੀਂ ਮਿਲਦੀ ਹੈ, ਨੰਗੇ ਪੈਰੀਂ ਦੌੜਿਆ ਫਿਰਦਾ।
ਪਰਮਾਤਮਾ ਦੀ ਮੌਜ ਨੂੰ ਕਿਹਾ ਕੁਝ ਨਹੀਂ ਜਾ ਸਕਦਾ ਹੈ, ਉਹਨੇ ਕਦੋਂ ਕੀ ਕਰ ਦੇਣਾ ਹੈ। ਰਹਾਉ ਦਰੋਗ ਪੜ ਪੜ ਖੁਸ਼ੀ ਹੋਏ। ਗੁਰਮੁਖੋ ਦਰੋਗ ਨਾਮ ਹੈ ਝੂਠ ਦਾ। ਝੂਠ ਬੋਲ ਬੋਲ ਕੇ ਬੰਦੇ ਬੜੇ ਖੁਸ਼ ਹੁੰਦੇ, ਹੱਸਦੇ, ਫਿਰ ਹੱਸ ਹੱਸ ਕੇ ਦੱਸਦੇ ਮੈਂ ਫਲਾਣੇ ਬੰਦੇ ਨੂੰ ਆਹ ਝੂਠ ਬੋਲਿਆ, ਉਹ ਮੇਰਾ ਝੂਠ ਦਾ ਉਹਨੇ ਯਕੀਨ ਕਰ ਲਿਆ, ਫਿਰ ਤਾੜੀ ਮਾਰ ਕੇ ਹੱਸਿਆ, ਦੂਜੇ ਨੂੰ ਵੀ ਹਸਾਇਆ। ਮਹਾਰਾਜ ਕਹਿਣ ਲੱਗੇ ਕਲਯੁਗ ਦੇ ਲੋਕ ਦਰੋਗ ਪੜ ਪੜ ਝੂਠ ਬੋਲ ਬੋਲ ਕੇ ਖੁਸ਼ੀ ਹੋਏ, ਬੜੇ ਖੁਸ਼ ਹੁੰਦੇ, ਠਾਕਾਂ ਮਾਰ ਮਾਰ ਕੇ ਹੱਸਦੇ ਵੀ ਮੈਂ ਬੜੀ ਬਾਜੀ ਜਿੱਤ ਆਇਆ, ਮੈਂ ਬੜਾ ਚੰਗਾ ਕੰਮ ਕਰ ਆਇਆ। ਝੂਠ ਬੋਲ ਬੋਲ ਕੇ ਬੜੇ ਖੁਸ਼ ਹੁੰਦੇ ਹਨ। ਬੇਖਬਰ ਬਾਦ ਬਕਾਹੇ। ਪਾਤਸ਼ਾਹ ਕਹਿਣ ਲੱਗੇ ਪਰਮਾਤਮਾ ਦੇ ਭਜਨ ਵੱਲੋਂ ਦੁਨੀਆ ਬੇਖਬਰ ਹੈ। ਝੂਠ ਬੋਲਣ ਵਾਲੇ ਨੂੰ ਇਹ ਨਹੀਂ ਪਤਾ ਲੱਗਾ ਮੈਂ ਜਿੰਨਾ ਸਮਾਂ ਝੂਠ ਬੋਲਿਆ, ਜੇ ਇੰਨਾ ਸਮਾਂ ਨਾਮ ਜਪ ਲਵਾਂ ਤੇ ਮੇਰਾ ਭਲਾ ਨਾ ਹੋ ਜਾਂਦਾ। ਝੂਠ ਬੋਲ ਕੇ ਖੁਸ਼ ਹੁੰਦਾ, ਠਾਕੇ ਮਾਰਦਾ, ਬੜਾ ਖੁਸ਼ ਹੋ ਕੇ ਦੱਸਦਾ ਵੀ ਝੂਠ ਬੋਲ ਕੇ ਆਇਆ, ਦੁਨੀਆ ਨੂੰ ਮੂਰਖ ਬਣਾਇਆ ਹੈ। ਪਰ ਮਹਾਰਾਜ ਕਹਿਣ ਲੱਗੇ ਬੇਖਬਰ, ਰੱਬ ਦੇ ਨਾਮ ਵੱਲੋਂ ਬੇਖਬਰ ਹੈ, ਮੌਤ ਵੱਲੋਂ ਵੀ ਬੇਖਬਰ ਹੈ, ਪਤਾ ਨਹੀਂ ਕਦੋਂ ਆ ਜਾਣੀ ਹੈ। ਬੇਖਬਰ ਬਾਕ ਬਕਾਹੇ, ਐਵੇਂ ਵਿਅਰਥ ਦੁਨੀਆ ਦੇ ਨਾਲ ਝਗੜੇ ਕਰਦਾ ਫਿਰਦਾ, ਮੈਂ ਫਲਾਣੇ ਨੂੰ ਇਹ ਕਰ ਦਿਆਂਗਾ, ਮੈਂ ਇਹ ਕਰ ਦਿਆਂਗਾ। ਪਤਾ ਨਹੀਂ ਘਰੋਂ ਇੱਕ ਵਾਰੀ ਪੈਰ ਬਾਹਰ ਪਾਇਆ ਕਿ ਦੁਬਾਰਾ ਉਸ ਘਰ ਦੀ ਦਲੀਲ ਦੇ ਅੰਦਰ ਆਉਣਾ ਹੈ ਕਿ ਨਹੀਂ ਆਉਣਾ, ਇਹ ਨਹੀਂ ਪਤਾ। ਪਰ ਆਖਦਾ ਤੈਨੂੰ ਮੈਂ ਵਿਖਾ ਦਿਆਂਗਾ ਆਹ ਕੰਮ ਕਰਕੇ, ਮੈਂ ਤੈਨੂੰ ਇੱਦਾਂ ਕਰ ਦਿਆਂਗਾ। ਬੇਖਬਰ, ਮੌਤ ਵੱਲੋਂ ਬੇਖਬਰ ਹੈ, ਰੱਬ ਦੇ ਨਾਮ ਵੱਲੋਂ ਵੀ ਬੇਖਬਰ ਹੈ। ਬਾਦ ਬਕਾਹੇ, ਝਗੜੇ ਬੜੇ ਕਰਦਾ ਦੁਨੀਆ ਦੇ ਨਾਲ, ਪਰ ਝਗੜੇ ਕਰਨ ਵਾਲੇ ਨੂੰ ਇਹ ਨਹੀਂ ਪਤਾ ਕਿ ਦੁਨੀਆ ਤੋਂ ਕਦੋਂ ਤੁਰਨਾ ਹੈ। ਹੱਕ ਸੱਚ ਖਾਲਕ ਖਲਕ ਮਿਆਨੇ। ਜਿਹੜਾ ਹੱਕ ਤੋਂ ਭਾਵ ਹੈ ਸੱਚਾ, ਤੇ ਸੱਚ ਤੋਂ ਭਾਵ ਜਿਹੜਾ ਨਿਸ਼ਚੇ ਕਰਕੇ ਸੱਚਾ ਹੈ ਨਾ ਪਰਮਾਤਮਾ, ਉਹ ਖਾਲਕ ਖਲਕ, ਖਾਲਕ ਨਾਮ ਪਰਮਾਤਮਾ ਦਾ, ਖਲਕ ਨਾਮ ਦੁਨੀਆ ਦਾ। ਜਿਹੜਾ ਵਾਕਿਆ ਹੀ ਸੱਚਾ ਪਰਮਾਤਮਾ ਉਹ ਦੁਨੀਆ ਦੇ ਵਿੱਚ ਰਹਿੰਦਾ ਹੈ, ਦੁਨੀਆ ਤੋਂ ਬਾਹਰ ਕੋਈ ਨਹੀਂ ਹੈ। ਹੱਕ ਸੱਚ, ਹੱਕ ਤੋਂ ਭਾਵ ਸੱਚਾ ਜੋ ਪਰਮਾਤਮਾ ਹੈ, ਤੇ ਪਰਮਾਤਮਾ ਨੂੰ ਆਖਿਆ ਖਾਲਕ। ਖਾਲਕ ਕਹਿੰਦੇ ਦੁਨੀਆ ਬਣਾਉਣ ਵਾਲੇ ਨੂੰ। ਉਹ ਜੋ ਦੁਨੀਆ ਬਣਾਉਣ ਵਾਲਾ ਸੱਚਾ ਪਰਮਾਤਮਾ ਹੈ। ਖਲਕ ਮਿਆਨੇ, ਮਿਆਨ ਤੋਂ ਭਾਵ ਹੁੰਦਾ ਵਿੱਚ, ਉਹ ਪਰਮਾਤਮਾ ਦੁਨੀਆ ਦੇ ਵਿੱਚ ਹੈ, ਦੁਨੀਆ ਤੋਂ ਬਾਹਰ ਕੋਈ ਨਹੀਂ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਉਹ ਇਹਦੇ ਵਿੱਚ ਵਸਿਆ ਹੋਇਆ ਸੰਸਾਰ ਦੇ। ਮਹਾਰਾਜ ਫਰਮਾਉਂਦੇ ਹਨ ਸ਼ਾਮ ਮੂਰਤ ਨਾਹੇ। ਕ੍ਰਿਸ਼ਨ ਮੂਰਤੀ ਨਹੀਂ ਹੈ ਵੀ ਸੰਸਾਰ ਤੋਂ ਬਾਹਰ ਹੈ, ਸੰਸਾਰ ਦੇ ਵਿੱਚ ਹੈ। ਅਸਮਾਨ ਮਿਆਨੇ ਲਹੰਗ ਦਰਿਆ, ਗੁਸਲ ਕਰਦਨ ਬੂਦ। ਸਤਿਗੁਰੂ ਕਹਿਣ ਲੱਗੇ ਹਿਰਦੇ ਰੂਪੀ ਅਸਮਾਨ ਦੇ ਵਿੱਚ ਜੋ ਪਰਮਾਤਮਾ ਰੂਪੀ ਦਰਿਆ ਹੈ, ਉਹਦੇ ਵਿੱਚ ਇਸ਼ਨਾਨ ਕਰ। ਇਹ ਜੋ ਤੇਰਾ ਹਿਰਦਾ ਹੈ ਨਾ ਗੁਰਮੁਖਾ, ਇਸ ਹਿਰਦੇ ਦੇ ਕਰਕੇ, ਮਨ ਕਰਕੇ ਪਰਮਾਤਮਾ ਦਾ ਹੁਕਮ ਮੰਨਣਾ, ਉਹਦੀ ਰਜ਼ਾ ਵਿੱਚ ਰਹਿਣਾ, ਇਹ ਇਸ਼ਨਾਨ ਕਰ। ਮਹਾਰਾਜ ਕਹਿਣ ਲੱਗੇ ਅਸਮਾਨ ਮਿਆਨੇ ਲਹੰਗ ਦਰਿਆ, ਹਿਰਦੇ ਰੂਪੀ ਅਸਮਾਨ ਦੇ ਵਿੱਚ ਜੋ ਪਰਮਾਤਮਾ ਰੂਪੀ ਦਰਿਆ ਹੈ, ਉਹਦੇ ਵਿੱਚ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਸਲ ਕਰਦਨ ਬੂੰਦ। ਗੁਸਲ ਤੋਂ ਭਾਵ ਹੈ ਇਸ਼ਨਾਨ ਕਰਨਾ, ਤੈਨੂੰ ਇਸ਼ਨਾਨ ਕਰਨਾ ਚਾਹੀਦਾ ਸੀ, ਭਾਵ ਕਿ ਉਹਦਾ ਨਾਮ ਜਪਣਾ ਚਾਹੀਦਾ ਸੀ, ਉਹਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਸੀ। ਕਰਦਨ ਬੂੰਦ, ਪਰ ਤੂੰ ਨਹੀਂ ਕੀਤਾ। ਜਿਹੜਾ ਕੰਮ ਕਰਨਾ ਚਾਹੀਦਾ ਸੀ ਉਹ ਕੀਤਾ ਹੀ ਨਹੀਂ ਹੈ। ਕਿਹੜਾ ਕੰਮ ਕਰਨਾ ਸੀ? ਆਪਣੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਜਪਣਾ, ਵੈਰਾਗ ਧਾਰਨ ਕਰਕੇ। ਇਹ ਕੰਮ ਤੂੰ ਕੀਤਾ ਨਹੀਂ ਜਿਸ ਕੰਮ ਵਾਸਤੇ ਦੁਨੀਆ ਤੇ ਆਇਆ ਹੈ। ਕਰ ਫਕਰ ਦਾਇਮ ਲਾਏ ਚਸ਼ਮੇ। ਪਾਤਸ਼ਾਹ ਕਹਿਣ ਲੱਗੇ ਦੁਨੀਆ ਦੇ ਫਿਕਰ ਪਰੇ ਕਰਦੇ, ਦੁਨੀਆ ਦੇ ਫਿਕਰ ਨਾ ਕਰਿਆ ਕਰ, ਕੱਲ ਨੂੰ ਕੀ ਹੋਣਾ, ਪਰਸੋਂ ਕੀ ਹੋਣਾ। ਤੂੰ ਤੇ ਆਉਣ ਵਾਲਾ ਸਮਾਂ ਜਿਹੜਾ ਆਇਆ ਹੀ ਨਹੀਂ ਉਹਦੇ ਫਿਕਰ ਵਿੱਚ ਮਰਦਾ ਪਿਆ ਵੀ ਕੀ ਹੋਵੇਗਾ। ਕਰ ਫਕਰ, ਆਉਣ ਵਾਲੇ ਸਮੇਂ ਦਾ ਜਿਹੜਾ ਫਿਕਰ ਹੈ ਨਾ, ਮਹਾਰਾਜ ਕਹਿਣ ਲੱਗੇ ਉਸ ਨੂੰ ਪਰੇ ਕਰ ਦੇ। ਤੇ ਪਰੇ ਕਰਕੇ ਲਾਏ ਚਸ਼ਮੇ, ਆਪਣੇ ਮਨ ਤੇ ਬੁੱਧੀ ਰੂਪੀ ਜਿਹੜੇ ਤੇਰੇ ਨੇਤਰ ਨੇ ਨਾ, ਇਹਨਾਂ ਨੂੰ ਪਰਮਾਤਮਾ ਦੇ ਵੱਲ ਲਾ ਦੇ। ਇਹ ਤੇਰੇ ਦੋ ਨੇਤਰ ਨੇ, ਜਿਵੇਂ ਆਪਾਂ ਅੱਖਾਂ ਦੇ ਨਾਲ ਸਾਹਮਣੇ ਕੋਈ ਚੀਜ਼ ਦੇਖਦੇ ਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰਾ ਮਨ ਤੇ ਤੇਰੀ ਬੁੱਧੀ, ਇਹ ਤੇਰੇ ਦੋ ਨੇਤਰ ਨੇ।
ਫੁਰਨਾ ਕਰਨ ਵਾਲੇ, ਸੰਕਲਪ ਕਰਨ ਵਾਲੇ, ਫੈਸਲਾ ਕਰਨ ਵਾਲੇ, ਇਹਨਾਂ ਨੂੰ ਪ੍ਰਮਾਤਮਾ ਦੇ ਵੱਲ ਲਾ ਦੇ। ਜਦੋਂ ਲਾਵੇਂਗਾ ਤੇ ਪਾਤਸ਼ਾਹ ਫਰਮਾਉਂਦੇ ਹਨ, ਜੈ ਤਹਾਂ ਮੌਜੂਦ। ਪਰਮਾਤਮਾ ਨੂੰ ਜਿੱਥੇ ਵੇਖੇਗਾ ਉੱਥੇ ਹੀ ਹੈ। ਜਦੋਂ ਦੁਨੀਆ ਦੇ ਫਿਕਰ ਛੱਡ ਦੇਵੇਂਗਾ, ਆਪਣੇ ਮਨ ਨੂੰ ਵੀ ਗੁਰੂ ਵੱਲ ਲਾਵੇਂਗਾ, ਆਪਣੀ ਅਕਲ ਨੂੰ ਵੀ ਗੁਰੂ ਵੱਲ ਲਾ ਦੇਵੇਂਗਾ, ਫਿਰ ਤੂੰ ਜਿੱਥੇ ਵੀ ਵੇਖੇਗਾ ਪਰਮਾਤਮਾ ਉੱਥੇ ਹੀ ਹੈ। ਸਦ ਹਜੂਰ ਹਾਜ਼ਰ ਹੈ ਨਾਜ਼ਰ, ਉਹ ਸਦਾ ਹਾਜ਼ਰ ਨਾਜ਼ਰ ਹੈ, ਕਦੇ ਦੂਰ ਨਹੀਂ ਹੈ। ਅੱਲਾਹ ਪਾਕਣ ਪਾਕ ਉਹ ਹੈ। ਜਿਹੜਾ ਅੱਲਾ ਹੈ ਨਾ ਭਾਈ ਪਰਮਾਤਮਾ, ਉਹ ਪਵਿੱਤਰ ਤੋਂ ਪਵਿੱਤਰ ਹੈ। ਉਹਦੇ ਵਰਗਾ ਪਵਿੱਤਰ ਕੋਈ ਨਹੀਂ ਹੈ, ਉਹਦੇ ਵਰਗਾ ਸਾਫ਼ ਕੋਈ ਨਹੀਂ ਹੈ। ਅੱਲਾ ਅਕਾਲ ਪੁਰਖ ਪਵਿੱਤਰ ਤੋਂ ਪਵਿੱਤਰ ਹੈ। ਦਿਲ ਕਾ ਮਾਲਕ ਕਰੇ ਹਾਂਕ, ਕੁਰਾਨ ਕਤੇਬ ਤੇ ਪਾਕ। ਸਤਿਗੁਰਾਂ ਨੇ ਲਿਖਿਆ, ਭਾਵੇਂ ਕੁਰਾਨ ਕਿੰਨੀ ਵੀ ਪਵਿੱਤਰ ਹੈ, ਮੁਸਲਮਾਨ ਮੱਥੇ ਨੂੰ ਲਾਉਂਦਾ, ਭਾਵੇਂ ਕੁਰਾਨ ਪਵਿੱਤਰ ਹੈ, ਪਰ ਪਰਮਾਤਮਾ ਕੁਰਾਨ ਦੇ ਨਾਲੋਂ ਵੀ ਜ਼ਿਆਦਾ ਪਵਿੱਤਰ ਹੈ। ਅੱਲਾਹ ਪਾਕੰ ਪਾਕ ਹੈ, ਉਹ ਖੁਦਾ, ਉਹ ਅੱਲਾਹ ਪਵਿੱਤਰ ਤੋਂ ਪਵਿੱਤਰ ਹੈ। ਸਕ ਕਰੋ ਜੇ ਦੂਸਰ ਹੋਏ। ਭਾਈ ਸੰਕਾ ਤੇ ਤਾਂ ਕਰੀਏ ਜੇ ਉਹਦੇ ਵਰਗਾ ਦੂਜਾ ਹੋਵੇ। ਦੂਜਾ ਤੇ ਉਹਦੇ ਵਰਗਾ ਹੈ ਕੋਈ ਨਹੀਂ, ਤੇ ਸੰਸਾ ਕਿਤੇ ਕਰਨਾ ਕਰੀਏ। ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਸਾਹਿਬ ਜੀ ਕਹਿਣ ਲੱਗੇ, ਕਰਮ ਤੋਂ ਭਾਵ ਹੁੰਦਾ ਕਰਤੱਤ। ਕਰਤੱਤ ਕਹਿੰਦੇ ਸੰਸਾਰ। ਮਹਾਰਾਜ ਕਹਿਣ ਲੱਗੇ, ਕਬੀਰ ਕਰਮ, ਇਹ ਕਬੀਰ ਸਾਹਿਬ ਜੀ ਕਹਿਣ ਲੱਗੇ, ਕਰਮ ਜੋ ਸੰਸਾਰ ਹੈ ਨਾ, ਇਹ ਕਰੀਮ ਕਾ, ਇਹ ਪਰਮਾਤਮਾ ਦਾ, ਦੁਨੀਆ ਪਰਮਾਤਮਾ ਦੀ ਹੈ। ਕਬੀਰ ਕਰਮ ਕਰੀਮ ਕਾ, ਜਿਹੜਾ ਕਰੀਮ ਪਰਮਾਤਮਾ ਨਾ, ਕਿਰਪਾਲੂ, ਕਿਰਪਾਲੂ ਨੂੰ ਕਿਹਾ ਜਾਂਦਾ ਕਰੀਮ। ਜਿਹੜਾ ਕਿਰਪਾਲੂ ਪਰਮਾਤਮਾ ਹੈ, ਇਹ ਕਰਮ ਕਹੀਏ ਸੰਸਾਰ ਉਹਦਾ ਹੈ, ਉਹਨੇ ਬਣਾਇਆ ਹੈ। ਤੇ ਪਾਤਸ਼ਾਹ ਫਰਮਾਉਂਦੇ ਹਨ, ਉਹ ਕਰੈ ਜਾਣੈ ਸੋਏ। ਉਹਨੂੰ ਪਤਾ ਹੈ ਮੈਂ ਕੀ ਕਰਨਾ ਹੈ, ਕੱਲ ਨੂੰ ਮੈਂ ਕੀ ਕਰਨਾ, ਪਰਸੋਂ ਕੀ ਕਰਨਾ। ਉਹ ਜਨਮ ਦੇਣਾ ਵੀ ਜਾਣਦਾ ਹੈ, ਉਹ ਜਨਮ ਦੇ ਕੇ ਪਾਲਣਾ ਵੀ ਜਾਣਦਾ ਹੈ, ਤੇ ਪਾਲਣ ਤੋਂ ਬਾਅਦ ਵਿੱਚ ਉਹ ਮੌਤ ਦੇਣੀ ਵੀ ਜਾਣਦਾ ਹੈ। ਉਹ ਕਰੈ, ਉਹਨੂੰ ਹੀ ਸਾਰਾ ਪਤਾ ਵੀ ਕਿਹਨੂੰ ਜਨਮ ਦੇਣਾ, ਕਿਹਨੂੰ ਪਾਲਣਾ ਹੈ, ਕਿਹਨੂੰ ਮੌਤ ਦੇਣੀ। ਸਭ ਕੁਝ ਉਹਦੇ ਹੱਥ ਵਿੱਚ ਹੈ, ਉਹਦੇ ਤੋਂ ਬਿਨਾਂ ਕਿਸੇ ਦੇ ਹੱਥ ਵਿੱਚ ਨਹੀਂ ਹੈ। ਸਮੇਂ ਦੀ ਸਮਾਪਤੀ, ਫੁੱਲਾਂ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸੇ। ਦਿਓ ਸਜਣ ਅਸੀਂ ਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਅੱਲਾਹ ਪਾਕਣ ਪਾਕ ਹੈ, ਸਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਕੱਤਰ ਸਾਧ ਸੰਗਤ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।